ਜਿਹੜੇ ਕਾਨੂੰਨ ਉਹਨਾਂ ਨੇ ਮਹਾਤਮਾ ਗਾਂਧੀ ਤੇ ਲਾਏ, ਸਾਡੇ ਬਾਕੀ ਜਿਹੜੇ ਆਜ਼ਾਦੀ ਘੁਲਾਟੀ ਉਹਨਾਂ ਤੇ ਲਾਏ ਦੇਸ਼ ਧਰੋਹ ਦੇ, ਉਹ ਹੁਣ ਆਜ਼ਾਦੀ ਤੋਂ ਬਾਅਦ ਅਸੀਂ ਆਪਣੇ ਲੋਕਾਂ ਤੇ ਲਾ ਰਹੇ ਹਾਂ। ਜਿਵੇਂ ਪਿਛਲੇ ਸਮੇਂ ਦੇ ਵਿੱਚ ਭੀਮ ਕੋਰੇਗਾਂਵ ਦੇ ਜਿਹੜੇ ਆ ਉਹ ਕੇਸ ਆਏ ਸਾਹਮਣੇ, ਇਸੇ ਤਰ੍ਹਾਂ CAA ਦੇ ਵਿਰੋਧ ਵਿੱਚ ਆਏ। ਇਸ ਤੋਂ ਬਾਅਦ ਹੁਣ ਕਿਸਾਨ ਅੰਦੋਲਨ, ਜਿਹੜੇ ਕਿਸਾਨਾਂ ਦੇ ਉੱਤੇ ਵੀ ਵਿਰੋਧ ਕਰਨ ਵੇਲੇ ਉਹਨਾਂ ਦੇ ਉੱਤੇ ਇਹ ਲਾਏ ਜਾ ਰਹੇ ਆ। ਜਿਹੜੀਆਂ ਪੁਰਾਣੀਆਂ ਜੇ ਤੁਸੀਂ ਹਿੰਦੀ ਫਿਲਮਾਂ ਦੇਖਦੇ ਹੋ ਤਾਂ ਉਹਦੇ ਵਿੱਚ ਵਿਲਨ ਇਹ ਕਹਿੰਦਾ ਹੁੰਦਾ ਸੀ ਜਦੋਂ ਉਹਦਾ ਕੋਈ ਸਾਥੀ ਫਸ ਜਾਂਦਾ ਸੀ ਵੀ ਇਹਨੂੰ ਅਦਾਲਤ ਤੱਕ ਨਾ ਪਹੁੰਚਣ ਦਿਓ। ਮਤਲਬ ਕਿ ਉਹ ਕਹਿੰਦਾ ਕਾਨੂੰਨ ਦੇ ਨਾਲ ਤਾਂ ਅਸੀਂ ਨਿੱਠ ਲਾਂਗੇ, ਅਦਾਲਤ ਨੇ ਇਹਨੂੰ ਸਜ਼ਾ ਸੁਣਾ ਦੇਣੀ। ਅਦਾਲਤ ਦਾ ਐਡਾ ਰਿਸਪੈਕਟ, ਐਡਾ ਡਰ ਸੀਗਾ। ਇਹ ਤੁਹਾਡੀ ਗੱਲ ਠੀਕ ਹੈ। ਜਦੋਂ ਉੱਥੇ ਬੈਠੇ ਲੋਕ ਰਾਜ ਸਭਾ ਦੀਆਂ ਸੀਟਾਂ ਭਾਲਣ ਲੱਗੇ ਤੇ ਫਿਰ ਉਹ ਕਿਤੇ ਨਾ ਕਿਤੇ ਡਾਊਨ ਜਿਹੜਾ ਹੋ ਗਿਆ, ਲੋਕਾਂ ਦਾ ਵਿਸ਼ਵਾਸ ਮੁੱਕ ਗਿਆ। ਕਿਤੇ ਨਾ ਕਿਤੇ ਇਹਦੀ ਬਹਿਸ ਸੁਣਨ ਦੇ ਵਾਸਤੇ ਮੈਂਟਲੀ ਤੌਰ ਤੇ ਪ੍ਰਪੇਅਰ ਤਿਆਰ ਹੋ ਚੁੱਕੇ, ਠੀਕ ਹੈ ਨਾ। ਨਹੀਂ ਤਾਂ ਅਦਰਵਾਈਜ਼ ਇਹ ਟਿੱਪਣੀਆਂ ਜਿਹੜੀਆਂ ਉਹ ਨਾ ਆਉਂਦੀਆਂ। ਜਿਹੜੀਆਂ ਖਾਸ ਤੌਰ ਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਹੈ ਇਹਦੇ ਵਿੱਚ ਕਿ ਮਹਾਤਮਾ ਗਾਂਧੀ ਹੋਰਾਂ ਵਰਗੇ ਜਿਹੜੇ ਸੀਗੇ ਉਹਨਾਂ ਨੂੰ ਇਹ ਥੱਲੇ ਲਾਉਣ ਦੇ ਵਾਸਤੇ ਜਾਂ ਆਜ਼ਾਦੀ ਲਹਿਰ ਦੇ ਵਿੱਚ ਲੋਕ ਹਿੱਸਾ ਨਾ ਲੈਣ, ਦੱਬਣ ਵਾਸਤੇ, ਉਹਦੇ ਵਾਸਤੇ ਬ੍ਰਿਟਿਸ਼ ਸਾਮਰਾਜ ਨੇ ਕੀਤਾ ਸੀਗਾ। ਅਸੀਂ ਅੱਜ ਕਿਹਨੂੰ ਦੱਬਣ ਦੇ ਵਾਸਤੇ ਜਿਹੜਾ ਜੀ ਉਹ ਕਰ ਰਹੇ ਹਾਂ। ਔਰ ਪਟਿਆਲਾ ਤਾਂ ਇੱਕ ਟ੍ਰੇਡ ਮਾਰਕ ਬਣ ਗਿਆ ਹੋਇਆ ਇਹਨਾਂ ਦੇ ਟੀਚਰਾਂ ਨੂੰ ਪੁਲਿਸ ਵੱਲੋਂ ਕੁੱਟਣ ਦਾ। ਹਾਲਾਂਕਿ ਜਿਹੜੇ ਪੁਲਿਸ ਵਾਲੇ ਆ ਉਹ ਡਿਊਟੀ ਤੋਂ ਮਜਬੂਰ ਨੇ, ਹੈ ਤੇ ਉਹਨਾਂ ਦੇ ਭੈਣ ਭਰਾ ਅਗਲੇ ਜਿਨ੍ਹਾਂ ਦੇ ਉੱਤੇ ਡੰਡੇ ਮਾਰਦੇ ਆ। ਇਹਦੇ ਪ੍ਰਤੀ ਸਰਕਾਰ ਬਿਲਕੁਲ ਚਿੰਤਤ ਨਹੀਂ ਹੈਗੀ। ਸਰਕਾਰ ਨੂੰ ਇਹ ਹੈ ਕਿ ਅਸੀਂ ਪ੍ਰਧਾਨ ਕਿਹਨੂੰ ਲਾਉਣਾ। YPS ਸੈਂਟਰ ਤਾਂ 3rd ਡਿਗਰੀ ਸੈਂਟਰ ਬਣ ਗਿਆ ਹਾਂਜੀ ਇਸ ਵੇਲੇ। ਮੈਂ ਪਰਸੋਂ ਚੌਥ ਜਿਹੜਾ ਦੀ ਉਹ ਲੰਘਦਿਆਂ ਇੱਕ ASI ਸੀ, ਉਹਦੇ ਕੋਲੇ ਗੱਡੀ ਰੋਕੀ। ਮੈਂ ਕਿਹਾ ਜੀ ਅੱਜ ਕਿਹਨੂੰ ਕੁੱਟਣਾ? ਉਹ ਕਹਿੰਦਾ ਜੀ ਪਤਾ ਨਹੀਂ, ਜਿਹੜਾ ਵੀ ਆ ਗਿਆ ਅਸੀਂ ਤਾਂ ਕੁੱਟਣ ਵਾਲੇ ਆ। ਸ਼ੁਕਰ ਹੈ ਤੁਸੀਂ ਨਹੀਂ ਫਸ ਗਏ। ਨਹੀਂ ਮੇਰਾ ਖਿਆਲ ਆ ਫਸ ਤਾਂ ਸਕਦੇ ਸੀ, ਕੋਈ ਸ਼ੱਕ ਨਹੀਂ, ਕਿਉਂਕਿ ਤੁਹਾਨੂੰ ਪਤਾ ਹੀ ਆ ਜਿਸ ਤਰ੍ਹਾਂ ਉਹ ਖੜੇ ਆ ਡਾਂਗ ਹੱਥ 'ਚ ਲੈ ਕੇ, ਕੀ ਪਤਾ ਜਿਹੜਾ ਮੂਹਰੇ ਆ ਗਿਆ। ਬਿਲਕੁਲ। ਪਰ ਜਿਹੜੇ ਇਹ ਐਜੀਟੇਟਰਸ ਨੇ ਇਹ ਤਾਂ ਖਾਲੀ ਹੱਥ ਨੇ ਉੱਥੇ, ਇਹਨਾਂ ਦਰੀਆਂ ਵਿਛਾਈਆਂ, ਕੋਈ ਹਥਿਆਰ ਥੋੜੀ ਉੱਥੇ ਬੈਠੇ ਹੋਏ ਆ। ਤੁਸੀਂ ਉਹਨਾਂ ਦੇ ਉੱਤੇ ਪਾਣੀ ਦੀਆਂ ਬਸ਼ਾਰਾਂ ਪਾਉਂਦੇ ਹੋ, ਡੰਡੇ ਮਾਰਦੇ ਹੋ। ਉਹਨਾਂ ਨੇ ਤੁਹਾਡੇ ਤੇ ਅੱਗੇ ਕੀ ਹਮਲਾ ਕਰਨ ਵਾਸਤੇ ਆਏ? ਕੀ ਬਾਰਡਰ ਤੇ ਬੈਠੇ ਹੋਏ ਹੋ ਤੁਸੀਂ ਕਿ ਉਹਨਾਂ ਦੇ ਨਾਲ ਤੁਸੀਂ ਇੰਨੀ ਜ਼ਿਆਦਤੀ ਕਰਦੇ ਪਏ ਹੋ? ਔਰ ਫਿਰ ਅਸੀਂ ਦੇਖਿਆ ਕਿ ਉੱਥੇ ਵਿਚਾਰੀਆਂ ਕੁੜੀਆਂ, ਉਹਨਾਂ ਦੇ ਬੱਚੇ ਨਾਲ ਫਿਰਦੇ ਪਏ ਆ, ਉਹਨਾਂ ਦੇ ਵਿੱਚ ਕੋਈ ਬਿਮਾਰ ਵੀ ਹੋ ਸਕਦਾ। ਹੈਂਡੀਕੈਪਸ ਨੂੰ ਨਹੀਂ ਛੱਡਿਆ ਇਹਨਾਂ ਨੇ। ਕਿ ਕਿਸਾਨ ਅੰਦੋਲਨ ਇਸ ਵਕਤ ਜਿਸ ਸਥਿਤੀ 'ਚ ਆਇਆ, ਇੱਕ ਨਵਾਂ ਮੋੜ ਲੈ ਗਿਆ ਪਿਛਲੇ ਦਿਨਾਂ ਦੇ ਵਿੱਚ। ਜੋ ਰਾਜਪੁਰੇ ਘਟਨਾ ਹੋਈ, ਜੋ ਉੱਥੋਂ ਦੇ ਡਿਪਟੀ CM ਨਾਲ ਹੋਈ ਹੈ ਹਰਿਆਣੇ ਦੇ ਵਿੱਚ, ਉਸ ਤੋਂ ਬਾਅਦ ਉਹਨਾਂ ਕਿਸਾਨਾਂ ਦੇ ਉੱਤੇ ਦੇਸ਼ ਧਰੋਹ ਦੇ ਜਿਹੜੇ ਆ ਆਪਾਂ ਸ਼ੁਰੂਆਤ ਕੀਤੀ ਸੀ ਜਿਹੜੇ ਤੋਂ, ਉੱਥੇ ਆ ਕੇ ਕਿ ਕਿਸਾਨਾਂ ਦੇ ਨਾਲ ਇਸ ਢੰਗ ਦੇ ਨਾਲ ਪੇਸ਼ ਆ ਰਹੀ ਹੈ ਸਰਕਾਰ। ਤੇ ਜਦੋਂ ਉਹ ਕਹਿ ਰਹੇ ਜੀ ਅਸੀਂ ਹਿੰਸਾ, ਉਹ ਕਹਿ ਰਹੇ ਨੇ ਹਿੰਸਕ ਨਹੀਂ ਹੋਣ ਦੇਣਾ, ਸਰਕਾਰ ਮਜਬੂਰ ਕਰ ਰਹੀਆਂ ਨੇ ਪਾਰਟੀਆਂ ਕਿ ਇਹ ਹਿੰਸਕ ਹੋ ਜਾਵੇ। ਐਕਚੁਅਲੀ ਇਹ ਵਿਉਂਤ ਜਿਹੜੀ ਉਹੀ ਬਣਾਈ ਜਾ ਰਹੀ ਹੈ, ਵਿਧ ਉਹੀ ਬਣਾਈ ਜਾ ਰਹੀ ਹੈ। ਕਿਉਂਕਿ ਜੇ ਤੁਸੀਂ ਰਾਜਪੁਰੇ ਵਾਲੀ ਘਟਨਾ ਨੂੰ ਉਹਦੀ ਚੀਰ-ਫਾੜ ਕਰਦੇ ਹੋ, ਨੇੜਿਓਂ ਉਹਨੂੰ ਦੇਖਦੇ ਹੋ, ਤੇ ਇੱਕ ਗੱਲ ਤੁਹਾਨੂੰ ਬੜੀ ਕਲੀਅਰ ਹੋ ਜਾਂਦੀ ਹੈ ਕਿ ਜਦੋਂ ਉਹ ਘਿਰ ਜਾਂਦੇ ਤੇ ਉਹ ਰਸੋਈ ਦੇ ਵਿੱਚੋਂ ਇੱਕ ਵੀਡੀਓ ਵਾਇਰਲ ਕਰਦੇ ਆ। ਉਸ ਤੋਂ ਬਾਅਦ ਸ਼ਾਮ ਹੁੰਦਿਆਂ ਉਹ ਇਹ ਗੱਲ ਕਹਿੰਦੇ ਆ, ਫਲਾਂ ਜਗ੍ਹਾ ਦੇ ਉੱਤੇ ਅਸੀਂ ਮੀਟਿੰਗ ਕਰਨ ਚੱਲੇ ਆ, ਜੇ ਜ਼ਰੂਰਤ ਆ ਤੁਸੀਂ। ਪ੍ਰੋਗਰਾਮ ਵਾਰਸਤਵਾਰ ਲੈ ਕੇ ਅਸੀਂ ਹਾਜ਼ਰ ਹਾਂ ਤੇ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ ਕਿ ਪਿਛਲੇ ਹਫਤੇ ਦੇ ਦੌਰਾਨ ਕੁਝ ਖਾਸ ਖਬਰਾਂ ਜਿਨ੍ਹਾਂ ਤੇ ਚਰਚਾ ਕਰਨੀ ਬਣਦੀ ਹੈ ਕਿ ਉਹ ਕਿਸ ਤਰ੍ਹਾਂ ਦਾ ਰੁਝਾਨ ਰਿਹਾ ਤੇ ਕੀ ਉਹਦੇ ਬਾਰੇ ਸੋਚਿਆ ਜਾ ਰਿਹਾ। ਤੇ ਸਾਡੇ ਮਹਿਮਾਨ ਬਲਤੇਜ ਸਿੰਘ ਪੰਨੂ ਜੀ ਸਾਡੇ ਕੋਲੇ ਹਾਜ਼ਰ ਨੇ। ਪੰਨੂ ਸਾਹਿਬ ਜੀ ਆਇਆਂ ਨੂੰ। ਪੰਨੂ ਸਾਹਿਬ, ਖਬਰਾਂ ਤੇ ਬੜੀਆਂ ਗਰਮ ਰਹੀਆਂ ਇਸ ਹਫਤੇ ਦੇ ਦੌਰਾਨ, ਕਿਉਂਕਿ ਕਾਂਗਰਸ ਦਾ ਵੀ ਜਿਹੜਾ ਉਹ ਚੱਲਦਾ ਰਿਹਾ ਕਾਟੋ ਕਲੇਸ਼, ਉਧਰੋਂ ਅਕਾਲੀਆਂ ਨੇ ਸ਼ੁਰੂ ਕਰ ਲਿਆ। ਉਹਦੀ ਨਾਲ ਦੀ ਨਾਲ ਜਿਹੜਾ ਉਹ ਪੰਜਾਬ ਸਰਕਾਰ ਨੇ ਜੋ ਵਾਅਦੇ ਕੀਤੇ ਸੀਗੇ 2017 ਚ ਆਉਣ ਤੋਂ ਪਹਿਲਾਂ, ਉਹਨਾਂ ਬਾਰੇ ਵੀ ਗੱਲ ਹੋਈ ਹੈ। ਔਰ ਯੂਪੀ ਤੇ ਪੰਜਾਬ ਦਾ ਵੀ ਇੱਕ ਟਕਰਾਓ ਹੋਣ ਲੱਗਿਆ ਉਦਯੋਗਪਤੀਆਂ ਤੇ ਇਹਨਾਂ ਦਾ ਆਪਣੇ ਰਾਜਸੀ ਪਾਰਟੀਆਂ ਦਾ। ਪਰ ਅਸੀਂ ਚਾਹਾਂਗੇ ਕਿ ਪਹਿਲੀ ਗੱਲ ਆਪਾਂ ਅੱਜ ਨਾ ਇਹ ਕਰੀਏ, ਕਿਉਂਕਿ ਕੱਲ੍ਹ ਹੀ ਜਿਹੜੀਆਂ ਉਹ ਖਬਰਾਂ ਦੇ ਵਿੱਚ ਆਈਆਂ, ਇਹ ਚਰਚਾ ਆਈ ਹੈ ਕਿ ਚੀਫ ਜਸਟਿਸ ਆਫ ਇੰਡੀਆ ਨੇ ਜੋ ਜਸਟਿਸ NV ਰਮन्ना, ਉਹਨਾਂ ਨੇ ਇੱਕ ਬਹੁਤ ਮਹੱਤਵਪੂਰਨ ਟਿੱਪਣੀ ਕੀਤੀ ਹੈ। ਪਿਛਲੇ ਸਮੇਂ ਦੇ ਵਿੱਚ ਵੀ ਇਹਦੇ ਬਾਰੇ ਚਰਚਾ ਹੁੰਦੀ ਰਹੀ ਹੈ ਕਿ ਅਸੀਂ ਹੁਣ 70 ਸਾਲ ਪੂਰੇ ਕਰ ਚੱਲੇ ਹਾਂ, 70-75 ਸਾਲ ਹੋ ਰਹੇ ਨੇ ਸਾਡੇ ਆਜ਼ਾਦੀ ਤੋਂ ਬਾਅਦ, ਤੇ ਅਸੀਂ ਹਾਲੇ ਵੀ ਬਸਤੀਵਾਦੀ ਸਮੇਂ ਦੇ ਅੰਗਰੇਜ਼ਾਂ ਵੇਲੇ ਦੇ ਜਿਹੜੇ ਕਾਨੂੰਨ ਉਹਨਾਂ ਨੇ ਮਹਾਤਮਾ ਗਾਂਧੀ ਤੇ ਲਾਏ, ਸਾਡੇ ਬਾਕੀ ਜਿਹੜੇ ਆਜ਼ਾਦੀ ਘੁਲਾਟੀ ਉਹਨਾਂ ਤੇ ਲਾਏ ਦੇਸ਼ ਧਰੋਹ ਦੇ, ਉਹ ਹੁਣ ਆਜ਼ਾਦੀ ਤੋਂ ਬਾਅਦ
ਅਸੀਂ ਆਪਣੇ ਲੋਕਾਂ ਤੇ ਲਾ ਰਹੇ ਹਾਂ। ਜਿਵੇਂ ਪਿਛਲੇ ਸਮੇਂ ਦੇ ਵਿੱਚ ਭੀਮ ਕੋਰੇਗਾਂਵ ਦੇ ਜਿਹੜੇ ਆ ਉਹ ਕੇਸ ਆਏ ਸਾਹਮਣੇ, ਇਸੇ ਤਰ੍ਹਾਂ CAA ਦੇ ਵਿਰੋਧ ਵਿੱਚ ਆਏ। ਇਸ ਤੋਂ ਬਾਅਦ ਹੁਣ ਕਿਸਾਨ ਅੰਦੋਲਨ, ਜਿਹੜੇ ਕਿਸਾਨਾਂ ਦੇ ਉੱਤੇ ਵੀ ਵਿਰੋਧ ਕਰਨ ਵੇਲੇ ਉਹਨਾਂ ਦੇ ਉੱਤੇ ਇਹ ਲਾਏ ਜਾ ਰਹੇ ਆ। ਕਹਿੰਦੇ ਵੀ ਇਹ ਗੱਲ ਉਹ ਹੋ ਗਈ, ਉਹਨਾਂ ਨੇ ਟਿੱਪਣੀ ਬਹੁਤ ਵਧੀਆ ਕੀਤੀ ਆ। ਇੱਕ ਪਿਛਲੇ ਸਮੇਂ ਦੇ ਵਿੱਚ ਪੰਨੂ ਸਾਹਿਬ ਸੋਚਿਆ ਜਾ ਰਿਹਾ ਸੀ ਕਿ ਸ਼ਾਇਦ ਸਾਡੀਆਂ ਕੋਰਟਾਂ ਨੇ ਜਿਹੜੀਆਂ ਉਹ ਵੀ ਕਿਸੇ ਪ੍ਰੈਸ਼ਰ ਥੱਲੇ ਕੰਮ ਕਰ ਰਹੀਆਂ ਨੇ, ਪਰ ਜਿਹੜੀ ਇਹ ਟਿੱਪਣੀ ਆਈ ਹੈ ਨਾ, ਇਸ ਦੇ ਨਾਲ ਇੱਕ ਆਸ, ਇੱਕ ਕਿਰਨ ਲੱਗੀ ਹੈ ਕਿ ਜੁਡੀਸ਼ਰੀ ਜਿਹੜੀ ਹੈ ਉਹ ਰੀਐਕਟਿਵ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਆਰੀ ਤਾਂ ਦਿੱਤੀ ਸੀਗੀ ਇੱਕ ਦਰਖਤ ਕੱਟਣ ਵਾਸਤੇ, ਤੇ ਉਹ ਜਿਹੜਾ ਤਰਖਾਣ ਹੈ ਨਾ ਉਹ ਸਾਰਾ ਜੰਗਲ ਹੀ ਕੱਟਣ ਲੱਗਿਆ ਹੋਇਆ, ਵੀ ਇਹਦੀ ਇੰਨੀ ਦੁਰਵਰਤੋਂ ਹੋ ਰਹੀ ਹੈ ਜੀ। ਲਈ ਵੜੈਚ ਸਾਹਿਬ, ਜਿਹੜੀਆਂ ਪੁਰਾਣੀਆਂ ਜੇ ਤੁਸੀਂ ਹਿੰਦੀ ਫਿਲਮਾਂ ਦੇਖਦੇ ਹੋ ਤਾਂ ਉਹਦੇ ਵਿੱਚ ਵਿਲਨ ਇਹ ਕਹਿੰਦਾ ਹੁੰਦਾ ਸੀ ਜਦੋਂ ਉਹਦਾ ਕੋਈ ਸਾਥੀ ਫਸ ਜਾਂਦਾ ਸੀ ਵੀ ਇਹਨੂੰ ਅਦਾਲਤ ਤੱਕ ਨਾ ਪਹੁੰਚਣ ਦਿਓ। ਮਤਲਬ ਕਿ ਉਹ ਕਹਿੰਦਾ ਕਾਨੂੰਨ ਦੇ ਨਾਲ ਤਾਂ ਅਸੀਂ ਨਿੱਠ ਲਾਂਗੇ, ਅਦਾਲਤ ਨੇ ਇਹਨੂੰ ਸਜ਼ਾ ਸੁਣਾ ਦੇਣੀ। ਅਦਾਲਤ ਦਾ ਐਡਾ ਰਿਸਪੈਕਟ, ਐਡਾ ਡਰ ਸੀਗਾ। ਇਹ ਤੁਹਾਡੀ ਗੱਲ ਠੀਕ ਹੈ। ਜਦੋਂ ਉੱਥੇ ਬੈਠੇ ਲੋਕ ਰਾਜ ਸਭਾ ਦੀਆਂ ਸੀਟਾਂ ਭਾਲਣ ਲੱਗੇ ਤੇ ਫਿਰ ਉਹ ਕਿਤੇ ਨਾ ਕਿਤੇ ਡਾਊਨ ਜਿਹੜਾ ਹੋ ਗਿਆ, ਲੋਕਾਂ ਦਾ ਵਿਸ਼ਵਾਸ ਮੁੱਕ ਗਿਆ ਸੀ। ਪਰ ਜਦੋਂ ਦੇ ਰਮੰਨਾ ਜੀ ਆਏ ਆ ਜਿਹੜੇ ਚੀਫ ਜਸਟਿਸ ਦੇ ਤੌਰ ਦੇ ਉੱਤੇ, ਬਿਨਾਂ ਕਿਸੇ ਸ਼ੱਕ ਦੇ ਲੋਕਾਂ ਦਾ ਵਿਸ਼ਵਾਸ ਜਿਹੜਾ ਉਹ ਵਧਿਆ ਅਦਾਲਤਾਂ ਦੇ। ਔਰ ਮੈਂ ਇਹ ਮਹਿਸੂਸ ਕਰ ਰਿਹਾ, ਜੋ ਦੇਖ ਰਿਹਾ, ਸ਼ਾਇਦ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਵੜੈਚ ਸਾਹਿਬ, ਕਿ ਬੜੇ ਸਾਲਾਂ ਤੋਂ ਬਾਅਦ ਮੁਲਕ ਦੇ ਵਿੱਚ ਇੱਕ ਤੰਦਰੁਸਤ ਬਹਿਸ ਸ਼ੁਰੂ ਹੋਈ ਹੈ ਜਿਹੜੀ 124A ਦੇ ਉੱਤੇ। ਇਹ ਬਹੁਤ ਤੰਦਰੁਸਤ ਬਹਿਸ ਆ, ਇਸ ਕਰਕੇ ਕਿ ਜਿਹੜੀਆਂ ਟਿੱਪਣੀਆਂ ਬੜੀਆਂ ਅਹਿਮ ਨੇ, ਇਹਨੂੰ ਐਕਸੈਪਟ ਕਰ ਲੈਣਾ। ਜਿਹੜੇ ਇੱਕ ਸਾਬਕਾ ਫੌਜੀ ਦੀ ਪਾਈ ਹੋਈ ਪਟੀਸ਼ਨ ਆ ਉਹਨੂੰ ਐਕਸੈਪਟ ਕਰਨਾ, ਔਰ ਐਕਸੈਪਟ ਕਰਕੇ ਉਹਦੇ ਉੱਤੇ ਤੁਰੰਤ ਟਿੱਪਣੀਆਂ ਕਰ ਦੇਣੀਆਂ। ਇਟ ਮੀਨਸ ਕਿ ਜਿਹੜੇ ਮਾਨਯੋਗ ਚੀਫ ਜਸਟਿਸ ਨੇ, ਸੁਪਰੀਮ ਕੋਰਟ ਆ ਮਾਨਯੋਗ, ਉਹ ਕਿਤੇ ਨਾ ਕਿਤੇ ਇਹਦੀ ਬਹਿਸ ਸੁਣਨ ਦੇ ਵਾਸਤੇ ਮੈਂਟਲੀ ਤੌਰ ਤੇ ਤਿਆਰ ਹੋ ਚੁੱਕੇ, ਠੀਕ ਹੈ ਨਾ। ਨਹੀਂ ਤਾਂ ਅਦਰਵਾਈਜ਼ ਇਹ ਟਿੱਪਣੀਆਂ ਜਿਹੜੀਆਂ ਉਹ ਨਾ ਆਉਂਦੀਆਂ। ਜਿਹੜੀਆਂ ਖਾਸ ਤੌਰ ਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਹੈ ਇਹਦੇ ਵਿੱਚ ਕਿ ਮਹਾਤਮਾ ਗਾਂਧੀ ਹੋਰਾਂ ਵਰਗੇ ਜਿਹੜੇ ਸੀਗੇ ਉਹਨਾਂ ਨੂੰ ਇਹ ਥੱਲੇ ਲਾਉਣ ਦੇ ਵਾਸਤੇ, ਜਾਂ ਆਜ਼ਾਦੀ ਲਹਿਰ ਦੇ ਵਿੱਚ ਲੋਕ ਹਿੱਸਾ ਨਾ ਲੈਣ, ਦੱਬਣ ਵਾਸਤੇ, ਉਹਦੇ ਵਾਸਤੇ ਬ੍ਰਿਟਿਸ਼ ਸਾਮਰਾਜ ਨੇ ਕੀਤਾ ਸੀਗਾ। ਅਸੀਂ ਅੱਜ ਕਿਹਨੂੰ ਦੱਬਣ ਦੇ ਵਾਸਤੇ ਜਿਹੜਾ ਉਹ ਕਰ ਰਹੇ ਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਲੋਕਾਂ ਦੇ ਵਿੱਚ ਇਹ ਗੱਲ ਘਰ ਘਰ ਦੀ ਤੁਰੀ ਜਾ ਰਹੀ ਹੈ ਕਿ ਲਿਖਣ ਬੋਲਣ ਦੀ ਜਿਹੜੀ ਆਜ਼ਾਦੀ ਆ, ਜਿਹੜੀ ਐਜੀਟੇਸ਼ਨ ਦੀ ਆਜ਼ਾਦੀ ਆ ਆਪਣੇ ਹੱਕਾਂ ਪ੍ਰਤੀ, ਉਹਨੂੰ ਦਬਾਉਣ ਦੇ ਵਾਸਤੇ ਇਸ ਧਾਰਾ ਦੀ ਵਰਤੋਂ ਜਿਹੜੀ ਉਹ ਕੀਤੀ ਜਾ ਰਹੀ ਹੈ। ਸਭ ਇਹਦੇ ਨਾਲ ਤੁਹਾਡੀ ਗੱਲ ਨਾਲ ਹੀ ਮੈਂ ਜੋੜਦਾ ਕਿ ਦੂਸਰੀ ਜਿਹੜੀ ਹੈਗੀ ਆ ਉਹ 66 ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੀ ਜਿਹੜੀ ਧਾਰਾ ਸੀ ਇੱਕ, ਉਹਦੇ ਵਿੱਚ 66A ਨੂੰ ਖਤਮ ਕਰ ਦਿੱਤਾ ਗਿਆ ਹੋਇਆ 2015 ਚ। ਹਾਂਜੀ, ਲੇਕਿਨ ਉਹਦੇ ਉੱਤੇ ਹਾਲੇ ਵੀ ਉਹਨੂੰ ਲਾ ਕੇ ਧਾਰਾਵਾਂ ਤੇ ਲੋਕਾਂ ਦੇ ਉੱਤੇ ਉਹ ਕੇਸ 1000 ਮੁਕੱਦਮੇ ਦਰਜ ਨੇ, ਹੈਨਾ। 1000 ਤੁਸੀਂ ਦੇਖੋ ਵੀ ਸਾਡੀ ਜੁਡੀਸ਼ਰੀ ਤੇ ਉਸ ਤੋਂ ਬਾਅਦ ਸਾਡਾ ਪੁਲਿਸ ਸਿਸਟਮ ਹੈ, ਇਹਦੇ ਵਿੱਚ ਕਿੰਨਾ ਵੱਡਾ ਗੈਪ ਹੈ। ਇਹਦਾ ਮਤਲਬ ਕਿ ਜਿਹੜੀ ਸਾਡੀ ਐਗਜ਼ੀਕਿਊਟਿਵ ਹੈ ਉਹ ਪੁਲਿਸ ਤੱਕ ਉਹ ਗੱਲਾਂ ਪਹੁੰਚਾਉਣ ਦੇ ਵਿੱਚ ਫੇਲ ਹੋਈ ਹੈ। ਕਿ ਇਸੇ ਕਰਕੇ ਹੈ ਨਾ, ਪੁਲਿਸ ਵਾਲਿਆਂ ਨੂੰ ਪਤਾ ਹੀ ਨਹੀਂ ਕਿ ਇਹ IT ਐਕਟ 66 ਇਹ ਖਤਮ ਹੋ ਚੁੱਕਿਆ ਹੈ ਤੇ ਇਹਦੇ ਉੱਤੇ ਕੇਸ ਦਰਜ ਕੀਤੇ ਜਾ ਰਹੇ ਆ। ਉਹ ਵੀ ਉਸੇ ਹੀ ਆ ਕਿ ਤੁਸੀਂ ਕਿਸੇ ਦੇ ਆਪਣੇ ਮੈਸੇਜ ਦੇ ਰਾਹੀਂ ਕਿਸੇ ਨੂੰ ਮੈਸੇਜ ਨਹੀਂ ਭੇਜ ਸਕਦੇ, ਕਿਸੇ ਬਾਰੇ ਕੁਝ ਕਹਿ ਨਹੀਂ ਸਕਦੇ, ਤੇ ਤੁਹਾਡੀ ਸਪੀਚ ਦੇ ਉੱਤੇ ਜਿਹੜੀ ਆ ਉਹ ਪਾਬੰਦੀ ਲਾਉਣ ਦਾ। ਔਰ ਕਿੰਨੀ ਅਜੀਬ ਗੱਲ ਹੈ ਕਿ ਸਾਡੀ ਪੁਲਿਸ ਜਿਹੜੀ ਹੈ ਉਹਨੂੰ ਪਤਾ ਹੀ ਨਹੀਂ, ਖਾਸ ਤੌਰ ਤੇ ਹੇਠਲੇ ਪੱਧਰ ਵਾਲੇ ਜਿਹੜੇ ਸਿਪਾਹੀ ਲੈਵਲ ਤੇ ਆ ਜਾਂ ਮੁਨਸ਼ੀ ਲੈਵਲ ਤੇ ਆ, ਉਹਨਾਂ ਨੂੰ ਕਾਨੂੰਨ ਬਾਰੇ ਪਤਾ ਹੀ ਨਹੀਂ। ਬਿਲਕੁਲ, ਉਹਦੇ ਵਿੱਚ ਸੋਸ਼ਲ ਮੀਡੀਆ ਆ ਜਾਂਦਾ ਜਿਨ੍ਹਾਂ ਉੱਤੇ ਤੁਸੀਂ ਲਿਖਦੇ ਆ। ਇਹਦੇ ਵਿੱਚ ਜਿਹੜਾ ਇੱਕ ਹੋਰ ਪੁਆਇੰਟ ਵੱਡਾ ਵੜੈਚ ਸਾਹਿਬ ਉਹ ਇਹ ਵੀ ਆ ਕਿ ਜਿਹੜਾ ਵਕੀਲ ਭਾਈਚਾਰਾ ਉਹਨੂੰ ਡੇਲੀ ਪੜ੍ਹਨਾ ਪੈਂਦਾ। ਜਿਹੜੀ ਉਹਨਾਂ ਦੇ ਆਪਾਂ ਕਿਤਾਬਾਂ ਦੇਖਦੇ ਨਾ ਪਿੱਛੇ ਲੱਗੀਆਂ, ਵੀ ਜੋ ਕੁਝ ਵੀ ਆਉਂਦਾ, ਸੁਪਰੀਮ ਕੋਰਟ ਦੀ ਕੀ ਜਜਮੈਂਟਸ ਆਈਆਂ, ਹਾਈ ਕੋਰਟਸ ਦੀਆਂ ਕੀ ਆਈਆਂ, ਲੋਕਲ ਕੋਰਟਸ ਨੇ ਕੀ ਕਿਹਾ, ਉਹ ਵੀ ਵੇਸਲੇ ਰਹੇ ਜੀ ਇਸ ਗੱਲ ਦੇ ਉੱਤੇ। 1000 ਕੇਸ ਹੈ। ਹੁਣ ਜਦੋਂ ਸੁਪਰੀਮ ਕੋਰਟ ਨੇ ਇਹ ਮਾਮਲਾ ਚੁੱਕਿਆ ਤੇ ਤਾਂ ਇਹ ਗੱਲਾਂ ਸਾਹਮਣੇ ਆਉਣ ਲੱਗੀਆਂ, ਔਰ ਸੈਂਟਰ ਦੀ ਸਰਕਾਰ ਨੇ, ਜਿਹੜੇ ਲਾਅ ਮਿਨਿਸਟਰ ਨੇ, ਉਹਨਾਂ ਨੇ ਇਹ ਗੱਲ ਕਹੀ ਵੀ ਇਹ ਕੇਸ ਵਾਪਸ ਹੋਣਗੇ, ਕਿਉਂਕਿ 2015 ਦਾ ਤੁਸੀਂ ਇਹ ਜਿਹੜਾ ਜੀ ਵਾਪਸ ਕੀਤਾ ਹੋਇਆ। ਮਤਲਬ ਕਿ ਲਕੀਰ ਦੇ ਫਕੀਰ ਇਹਨੂੰ ਕਹਿੰਦੇ ਨਾ, ਉੱਤੇ ਤੁਰੇ ਜਾ ਰਹੇ, ਬਿਨਾਂ ਵੇਖੇ ਤੋਂ ਤੁਰੇ ਜਾ ਰਹੇ ਆ ਜੀ। ਇਸੇ ਕਰਕੇ ਸਾਡੀਆਂ ਜੇਲ੍ਹਾਂ ਦੇ ਵਿੱਚ ਕਿੰਨੇ ਸਾਰੇ ਲੋਕ ਪੰਨੂ ਸਾਹਿਬ ਉਹ ਪਏ ਆ ਜਿਨ੍ਹਾਂ ਨੂੰ ਕਈ ਸਾਲਾਂ ਤੋਂ ਉਹਨਾਂ ਦੇ ਕੇਸ ਹੀ ਨਹੀਂ ਲੱਗ ਰਹੇ, ਅੱਗੇ ਦੀ ਅੱਗੇ ਡੇਟਸ ਪੈ ਰਹੀਆਂ ਨੇ, ਔਰ ਉਹ ਕਈਆਂ ਦੀਆਂ ਤੇ ਅੰਦਰ ਮੌਤਾਂ ਵੀ ਹੋ ਰਹੀਆਂ ਨੇ ਪਿਛਲੇ ਸਮੇਂ ਦੇ ਵਿੱਚ। ਇਹ ਵੀ ਹੈ, ਇਹ ਬੜੀ ਅਫਸੋਸ ਦੀ ਗੱਲ ਹੈ। ਔਰ ਜਿਹੜੀਆਂ ਸੰਸਥਾਵਾਂ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਇਸ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਉਹ ਗੱਲ ਇਹ ਹੈ ਨਾ ਜੀ, ਹੌਲੀ ਹੌਲੀ ਵੜੈਚ ਸਾਹਿਬ ਇਹ ਚੀਜ਼ਾਂ ਜਿਹੜੀਆਂ ਲੁਪਤ ਹੁੰਦੀਆਂ ਜਾ ਰਹੀਆਂ ਨੇ। ਜਿਵੇਂ ਬਹੁਤ ਸਾਰੇ ਪੰਛੀ ਉਸ ਤਰੀਕੇ ਦੇ ਨਾਲ ਹਿਊਮਨ ਰਾਈਟਸ ਦੀਆਂ ਆਰਗੇਨਾਈਜੇਸ਼ਨਸ ਹੋ ਰਹੀਆਂ। ਮੈਂ ਖੁਦ ਜੇਲ੍ਹ 'ਚ ਰਿਹਾ ਜੀ, ਉੱਥੇ ਉਹ ਜਿਹੜੇ ਲੋਕ ਦੇਖੇ ਆ ਵੜੈਚ ਸਾਹਿਬ ਜਿਨ੍ਹਾਂ ਨੇ, ਉਹਨਾਂ ਦੇ ਮਾਮੂਲੀ ਕੇਸ ਨੇ ਵਿਚਾਰੇ ਜ਼ਮਾਨਤ ਹੀ ਨਹੀਂ ਲਾ ਸਕਦੇ। ਜੱਜ ਜਦੋਂ ਤਰੀਕ ਭੁਗਤਾਉਣ ਜਾਂਦੇ, ਜੱਜ ਕਹਿੰਦੇ ਜ਼ਮਾਨਤ ਲਾਓ, ਉਹਨਾਂ ਨੂੰ ਪਤਾ ਹੀ ਨਹੀਂ ਕੱਖ ਵੀ ਕਿਸੇ ਚੀਜ਼ ਦਾ। ਅੱਛਾ, ਕਈ ਉਹ ਨੇ ਜਿਨ੍ਹਾਂ ਦੀ ਜ਼ਮਾਨਤ ਹੋ ਗਈ, ਜ਼ਮਾਨਤੀਆ ਹੈ ਨਹੀਂ,
ਜ਼ਮਾਨਤੀਆ ਨੇ ਉਹ ਬੈਠੇ ਵੇਟ ਉਹ ਕਰ ਬੈਠੇ ਰਹੇ ਨੇ ਨੇ ਜੀ। ਜ਼ਮਾਨਤੀਏ ਮੁੱਲ ਮਿਲਦੇ ਨੇ ਕਿਉਂਕਿ ਉਹ ਵਿਚਾਰੇ ਪੈਸੇ ਨਹੀਂ ਦੇ ਸਕਦੇ। ਕਈ ਉਹ ਨੇ, ਇੱਕ ਜਿਹੜੇ ਮੇਰੇ ਉੱਥੋਂ ਨਾਲ ਸਨ ਦੀ, ਜਿਹੜੇ ਉਸ ਜਗ੍ਹਾ ਦੇ ਉੱਤੇ ਜਿੱਥੇ ਮੈਂ ਸੀਗਾ, ਉਹਨਾਂ ਨੇ ਇੱਕ ਗੋਲੀ ਚੱਲ ਗਈ ਸੀ, 8 ਸਾਲ ਦੀ ਸਜ਼ਾ ਹੋਈ, ਉਹਨਾਂ ਨੇ ਉਹ ਭੁਗਤ ਲਈ ਜੀ, ਪੂਰੀ ਹੋ ਗਈ। ਉਹ ਰੋਜ਼ ਪੱਗ ਬੰਨ੍ਹ ਕੇ ਕੱਪੜੇ ਪਾ ਕੇ ਖੜੋ ਜਾਂਦੇ ਵੀ ਅੱਜ ਮੇਰੀ ਰਿਹਾਈ ਦੇ ਆਰਡਰ ਆ ਜਾਣੇ ਆ। ਤੇ 1.5 ਮਹੀਨਾ ਓਵਰ ਹੋ ਗਿਆ ਜੀ। ਜਦੋਂ ਮੈਂ ਬਾਹਰ ਆਇਆ, ਉਹਨਾਂ ਦਾ ਨਾਮ ਲੈ ਕੇ ਆਇਆ, ਇੱਥੇ ਡਾਕਟਰ ਗਾਂਧੀ ਹੋਰਾਂ ਨਾਲ ਗੱਲ ਕੀਤੀ ਵੀ ਇੱਦਾਂ ਕੇਸ ਆ। ਉਹ ਕਹਿੰਦੇ ਮੈਂ ਡਿਪਟੀ ਕਮਿਸ਼ਨਰ ਦੇ ਆਫਿਸ ਹੀ ਖੜਾ, ਮੈਂ ਹੁਣੇ ਜਾਣਾ। ਉਹ ਫਾਈਲ ਜਿਹੜੀ ਉਹ ਕਢਵਾਈ, 1.5 ਮਹੀਨੇ ਬਾਅਦ ਉਹ ਬਾਹਰ ਆਏ ਵਿਦਆਊਟ ਐਨੀ ਰੀਜ਼ਨ। ਜਿਸ ਬੰਦੇ ਨੇ 8 ਸਾਲ ਜੇਲ੍ਹ ਦੇ ਵਿੱਚ ਕੱਟੇ, ਤੁਸੀਂ ਸੋਚ ਸਕਦੇ ਆ ਕਿ ਉਹਦੇ ਲਈ 1.5 ਮਹੀਨਾ ਉਹ ਕਿੱਦਾਂ ਦਾ ਹੋਊਗਾ? ਕਿੰਨਾ ਮੁਸ਼ਕਿਲ ਹੈ ਜਦੋਂ ਉਹਨੂੰ ਪਤਾ ਹੈ ਕਿ ਮੇਰੀ ਜ਼ਮਾਨਤ ਮਨਜ਼ੂਰ ਹੋ ਗਈ ਹੈ। ਨਹੀਂ, ਸਜ਼ਾ ਪੂਰੀ ਹੋ ਗਈ, ਸਜ਼ਾ ਪੂਰੀ ਹੋ ਗਈ ਹੋਈ ਹੈ, ਸਜ਼ਾ ਪੂਰੀ ਹੋ ਗਈ ਹੈ, ਸਿਰਫ ਫਾਈਲ ਨਹੀਂ ਕਲੀਅਰ ਹੋ ਰਹੀ ਡੀਸੀ ਵੱਲੋਂ। ਹਾਂ, ਡੀਸੀ ਵੱਲੋਂ। ਖੈਰ, ਇਹ ਸਮੇਂ ਦੇ ਨਾਲ ਜਾਗਰੂਕ ਹੋਣ ਦੀ ਲੋੜ ਹੈ। ਸੰਸਥਾਵਾਂ ਨੂੰ ਵੀ, ਸਾਡੇ ਰਾਜਸੀ ਲੀਡਰ ਵੀ ਹੈ, ਹਰ ਪੱਧਰ ਦੇ ਉੱਤੇ ਰੀਓਰੀਐਂਟੇਸ਼ਨ ਸਾਡੀਆਂ ਡਿਪਾਰਟਮੈਂਟਸ ਦੀ ਹੋਣੀ ਬੜੀ ਜ਼ਰੂਰੀ ਆ, ਖਾਸ ਤੌਰ ਤੇ ਕਾਨੂੰਨਾਂ ਨਾਲ ਕਿ ਨਵੇਂ ਕਾਨੂੰਨ ਕੀ ਬਣ ਰਹੇ ਨੇ, ਅਮੈਂਡਮੈਂਟ ਹੋ ਰਹੀ ਹੈ, ਕੋਈ ਰਿਪੀਲ ਹੋ ਗਿਆ ਕਾਨੂੰਨ, ਕੋਈ ਰੱਦ ਕਰ ਦਿੱਤਾ ਗਿਆ। ਇਹਦੇ ਬਾਰੇ ਬਹੁਤ ਜ਼ਰੂਰੀ ਆ ਕਿ ਸਾਡੇ ਆਮ ਲੋਕਾਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ, ਜਿਹੜੇ ਲੋਕ ਅਫੈਕਟਡ ਹੈਗੇ ਆ। ਆਪਾਂ ਹੁਣ ਆਉਂਦੇ ਆ ਪੰਜਾਬ ਵਾਲੇ ਪਾਸੇ। ਪਿਛਲੇ ਦਿਨਾਂ ਦੇ ਵਿੱਚ ਪਨੂ ਸਾਹਿਬ ਇੱਕ ਖਬਰ ਇਹ ਆਈ, ਉਹਨੇ ਸਾਰਿਆਂ ਨੂੰ ਚੌਂਕਾ ਵੀ ਦਿੱਤਾ ਕਿ ਯੂਪੀ ਵਾਲਿਆਂ ਨੇ, ਯੂਪੀ ਦੇ ਜਿਹੜੇ ਸੀਐਮ ਨੇ ਆਦਿੱਤਿਆਨਾਥ ਜੀ, ਉਹਨਾਂ ਨੇ ਪੰਜਾਬ ਦੇ ਉਦਯੋਗਪਤੀਆਂ ਨੂੰ ਉਸ ਵੇਲੇ ਇੱਕ ਲਾਲਚ ਦਿੱਤਾ ਜਾਂ ਅਪੀਲ ਕੀਤੀ ਆ ਜਾਂ ਉਹਨਾਂ ਨਾਲ ਮੀਟਿੰਗ ਕੀਤੀ ਜਦੋਂ ਪੰਜਾਬ ਦੇ ਵਿੱਚ ਬਿਜਲੀ ਦਾ ਸੰਕਟ ਬਹੁਤ ਵੱਡਾ ਔਰ ਦੂਸਰੇ ਪਾਸੇ ਇੰਡਸਟਰੀ ਬੰਦ ਹੋਈ ਪਈ ਸੀ। ਤਾਂ ਉਹਨਾਂ ਨੇ ਕਿਹਾ ਕਿ ਆ ਜਾਓ ਸਾਡੇ ਯੂਪੀ 'ਚ ਆ ਕੇ ਲਾਓ ਇੰਡਸਟਰੀ, ਅਸੀਂ ਤੁਹਾਨੂੰ 24 ਘੰਟੇ ਵੀ ਦੇਵਾਂਗੇ ਬਿਜਲੀ ਤੇ ਤੁਹਾਨੂੰ ਫ੍ਰੀ ਵੀ, ਆਪਣੇ 24 ਘੰਟੇ ਵੀ ਦੇਵਾਂਗੇ ਔਰ ਸਸਤੀ ਵੀ ਦੇਵਾਂਗੇ। ਐਕਚੁਅਲੀ ਬਰਾੜ ਸਾਹਿਬ, ਜਦੋਂ ਪਿਛਲੀ ਗੱਠਜੋੜ ਦੀ ਸਰਕਾਰ ਸੀਗੀ ਅਕਾਲੀ ਭਾਜਪਾ, ਉਸ ਵੇਲੇ ਜਿਹੜੇ ਇੰਡਸਟਰੀ ਦੇ ਵਾਸਤੇ ਚੇਅਰਮੈਨ ਲਾਏ ਹੋਏ ਸੀ ਨਾ, ਬਾਦਲ ਸਾਹਿਬ ਦੇ ਬੜੇ ਨਜ਼ਦੀਕੀ ਸੀ। ਉਹਨਾਂ ਦਾ ਬਹੁਤ ਵੱਡਾ ਲੁਧਿਆਣੇ ਕਾਰਖਾਨਾ ਇੱਥੇ ਇੱਕ ਹੈ, ਤੇ ਉਹ ਇੱਥੋਂ ਉਹਦੇ ਡਿਊਰਿੰਗ ਜੀ ਉਹਨਾਂ ਨੇ 3 ਵਾਰ ਲਾਏ ਜੀ। ਉਹ ਦੂਜੇ ਸੂਬੇ ਜਾ ਕੇ ਲਾਏ, ਕੁਝ ਬਹੁਤ ਸਾਰੇ ਤੇ ਹਿਮਾਚਲ ਪ੍ਰਦੇਸ਼ ਚੇਅਰਮੈਨ ਉਹ ਲਾਏ ਹੋਏ ਜੀ, ਚੇਅਰਮੈਨ ਲਾਏ ਹੋਏ ਉਹ ਇੰਡਸਟਰੀ ਦੇ। ਹਾਂ, ਉਹਨਾਂ ਨੇ ਲਾਏ, ਆਪਣੇ ਬਾਹਰ ਲਾਏ ਹੋਏ, ਆਪਣੇ ਉਦਯੋਗ ਬਾਹਰ ਲਾਏ। ਤੁਸੀਂ ਦੇਖੋ ਹੁਣ ਤਾਂ ਹਾਈਵੇ ਦੇ ਉੱਤੋਂ ਆਪਾਂ ਲੰਘਦੇ, ਪਹਿਲਾਂ ਤਾਂ ਹੇਠੋਂ ਲੰਘਦੇ ਸੀ, ਨਹੀਂ ਸੀ ਦਿਸਦੀਆਂ, ਗੋਬਿੰਦਗੜ੍ਹ ਦੀਆਂ ਚਿਮਨੀਆਂ ਦਿਸਦੀਆਂ ਜੀ। ਹਾਂ ਬਿਲਕੁਲ, ਧੂਆਂ ਹੀ ਕੋਈ ਨਹੀਂ, ਸਾਰੀ ਠੰਡੀਆਂ ਪਈਆਂ ਕੰਪਲੀਟ। ਉਹ ਇੰਡਸਟਰੀ ਆਫਟਰ ਆਲ ਇਹ ਤਾਂ ਹੈ ਨਹੀਂ ਕਿ ਉਹ ਇੰਡਸਟਰੀ ਬੰਦ ਹੋ ਗਈ ਹੈ, ਉਹ ਕਿਤੇ ਹੋਰ ਚਲੇ ਗਏ, ਸ਼ਿਫਟ ਹੋ ਗਏ। ਕਿਉਂ? ਸਾਰੇ ਬੰਬੇ ਚਲੇ ਗਏ ਨੇ ਉਹਨਾਂ ਦੇ ਵਿੱਚੋਂ। ਬਿਜਲੀ ਚਲੋ ਹੁਣ ਜਿਹੜੀ ਮਹਿੰਗੀ ਹੋਣੀ, ਇਹ ਇੱਕ ਰੀਜ਼ਨ ਹੈ। ਪਹਿਲਾਂ ਕੀ ਹੈ? ਕਰਪਸ਼ਨ ਜੀ। ਜਿਹੜੀ ਕਰਪਸ਼ਨ ਜਿਹੜੇ ਆਫੀਸਰ ਨੇ ਉਹ ਕਰਦੇ ਆ, ਪੋਲੀਟੀਸ਼ੀਅਨ ਕਰਦੇ ਆ, ਜਿਹੜੇ ਇੰਸਪੈਕਟਰ ਰਾਜ ਤੋਂ ਸ਼ੁਰੂ ਹੋ ਕੇ ਥੱਲਿਓਂ ਲਾਈਨਮੈਨ ਤੋਂ ਸ਼ੁਰੂ ਹੋ ਕੇ ਉੱਪਰ ਤੱਕ ਜਾਂਦੇ ਆ। ਉਹਨਾਂ ਨੇ ਕੋਈ ਨਾ ਕੋਈ ਨੁਕਸ ਕੱਢ ਲੈਣਾ। ਉਹ ਕਿਸੇ ਵੀ ਵੱਡੇ ਬੰਦੇ ਵੱਲ ਤਾਂ ਨਹੀਂ ਨਾ ਜਾਣਗੇ ਜਿਹਦਾ 8 ਲੱਖ ਬਿੱਲ ਪਿਆ, ਉਹਦੇ ਕੋਲੇ ਥੋੜੀ ਜਾਣਗੇ, ਉਹ ਇਹਨਾਂ ਕੋਲੇ ਜਾਣਗੇ, ਦਿਓ ਸਾਨੂੰ ਮਹੀਨੇ ਦੇ ਤੁਸੀਂ ਕਿੰਨੇ ਪੈਸੇ ਦਿੰਦੇ ਹੋ। ਗਲਤ ਪਾਲਿਸੀਜ਼ ਨੇ ਪੰਜਾਬ ਨੂੰ ਜਿਹੜਾ ਜੀ ਉਹ ਉਜਾੜਿਆ। ਇਹਦੇ ਵਾਸਤੇ ਰਾਜਨੀਤਿਕ ਧਿਰਾਂ ਕਿਸੇ ਇੱਕ ਦੀ ਨਹੀਂ ਗੱਲ ਕਰਦੇ, ਜਿੰਨੀਆਂ ਸੱਤਾ ਦੇ ਵਿੱਚ ਰਹੀਆਂ ਨੇ ਉਹ ਵਡਾ ਕੇ ਆਉਂਦੀਆਂ ਰਹੀਆਂ, ਉਹ ਇਹਦੇ ਵਾਸਤੇ ਕਸੂਰਵਾਰ ਨੇ। ਪਹਿਲੀ ਤਾਂ ਗੱਲ ਜਿਹੜੀ ਵੜੈਚ ਸਾਹਿਬ ਇਹ ਦੇਖਣੀ ਪਊਗੀ ਕਿ ਜਿਹੜੀ ਇੰਡਸਟਰੀ ਲੱਗ ਚੁੱਕੀ, ਚਲੋ ਉਹਨੂੰ ਤਾਂ ਸੰਭਾਲਣਾ। ਵੱਡੀ ਇੰਡਸਟਰੀ ਪੰਜਾਬ ਨਹੀਂ ਆ ਸਕਦੀ, ਨਹੀਂ ਆਉਣੀ। ਇਹ ਤੁਸੀਂ ਲਾ ਕੇ ਚਲੋ, ਤੁਸੀਂ ਇਹ ਨਾ ਲੱਭੋ ਕਿ ਇੱਥੇ 8000 ਕਰੋੜ ਕੋਈ ਲਾਊਗਾ, 10000 ਕਰੋੜ ਲਾਊਗਾ। ਤੁਸੀਂ ਜੇ ਲੱਭਣੀ ਹੈ ਤਾਂ ਇੱਥੇ 50 ਕਰੋੜ ਵਾਲੀ, 60 ਕਰੋੜ ਵਾਲੀ ਛੋਟੀ ਇੰਡਸਟਰੀ ਲੱਭੋ, ਜਿਹੜੀ ਖੇਤੀ ਦੇ ਨਾਲ ਰਿਲੇਟਡ ਇੰਡਸਟਰੀ ਹੋਵੇ। ਠੀਕ ਹੈ ਨਾ? ਅਸੀਂ ਸਾਰੇ ਆਟਾ ਲੈ ਕੇ ਆਉਂਦੇ ਹਾਂ ਸਟੋਰਾਂ ਤੋਂ, ਵੱਡੇ ਸਟੋਰਾਂ ਤੋਂ, ਉਹ ਪੈਕ ਕਿੱਥੇ ਹੁੰਦਾ? ਉਹ ਬਣਦਾ ਕਿੱਥੇ ਆ? ਛੋਟੀਆਂ ਚੀਜ਼ਾਂ ਨੇ, ਨਿੱਕੀਆਂ ਚੀਜ਼ਾਂ ਨੇ। ਤੁਸੀਂ ਵੱਡੇ ਸਟੋਰਾਂ ਜਾ ਕੇ ਦੇਖੋ, ਉਹ ਕੋਈ ਇੱਥੇ ਪੈਕ ਨਹੀਂ ਹੁੰਦਾ। ਪਰ ਉਹਦੇ ਵਿੱਚ ਕਿੰਨੀਆਂ ਵੱਡੀਆਂ ਕੰਪਨੀਆਂ ਨੇ ਆਪਣੇ ਪੈਰ ਪਸਾਰੇ ਹੋਏ ਆ। ਉਹੀ ਆਟਾ ਜਿਹੜਾ ਤੁਹਾਨੂੰ 22-23 ਰੁਪਏ ਮਿਲ ਸਕਦਾ, 24 ਰੁਪਏ, ਉਹ ਤੁਹਾਨੂੰ 32-32, 35-35, 38 ਰੁਪਏ ਮਿਲ ਜਿਹੜਾ ਪੈਕਿੰਗ ਹੋ ਕੇ ਮਿਲ ਰਿਹਾ। ਜੇ ਕਿੰਨੂ ਜਿਹੜੇ ਆ ਉਹਨਾਂ ਨੂੰ ਪੈਕ ਕਰਕੇ ਜਾਂ ਉਹਨਾਂ ਨੂੰ ਪ੍ਰੀਜ਼ਰਵ ਕਰਕੇ ਜਿਹੜਾ ਅੱਗੇ ਵੇਚਿਆ ਜਾ ਸਕਦਾ, ਮਨਪ੍ਰੀਤ ਸਿੰਘ ਬਾਦਲ ਦੇ ਵੱਲੋਂ ਇੱਥੇ ਲਾ ਕੇ, ਤੇ ਉਹ ਪੰਜਾਬ ਦੇ ਵਿੱਚ ਕਿਉਂ ਨਹੀਂ ਲੱਗ ਸਕਦੇ ਜੀ? ਉਹ ਇੰਡਸਟਰੀ ਪੰਜਾਬ ਦੇ ਵਿੱਚ ਵੀ ਲੱਗ ਸਕਦੀ ਹੈ। ਪਰ ਗੱਲ ਇਹ ਆ, ਨੀਤ ਹੋਵੇ ਤੇ ਨੀਤੀਆਂ ਬਣਦੀਆਂ ਨੇ। ਦੇਖੋ, ਤੁਹਾਨੂੰ ਜੇ ਯਾਦ ਹੋਵੇ ਜਦੋਂ ਰੌਲਾ ਪੈ ਗਿਆ ਸੀਗਾ ਸਿੰਗੂਰ ਦੇ ਵਿੱਚ, ਪੱਛਮੀ ਬੰਗਾਲ ਦੇ ਵਿੱਚ, ਟਾਟਾ ਵਾਲਾ ਨੈਨੋ ਆਉਣੀ ਸੀਗਾ, ਉਸ ਟਾਈਮ ਇਹ ਗੱਲ ਚੱਲੀ ਸੀਗੀ ਕਿ ਇੱਥੇ ਪੰਚਾਇਤੀ ਜ਼ਮੀਨ ਬੜੀ ਪਈ ਆ। ਬਾਦਲ ਸਾਹਿਬ ਉਦੋਂ ਮੁੱਖ ਮੰਤਰੀ ਸਨ, ਵੀ ਤੁਸੀਂ ਅਪਰੋਚ ਕਰੋ ਟਾਟਾ ਤੱਕ। ਮੇਰੀ ਜਾਚੇ ਜੇ ਕਿਤੇ ਅਪਰੋਚ ਕੀਤਾ ਜਾਂਦਾ ਤੇ ਰਤਨ ਟਾਟਾ ਹੋਰੀ, ਕਿਉਂਕਿ ਉਹਨਾਂ ਦਾ ਪੰਜਾਬ ਨਾਲ ਰਿਲੇਸ਼ਨ ਆ ਕਿਤੇ ਨਾ ਕਿਤੇ, ਉਹ ਇੱਥੇ ਆਉਂਦੇ ਰਹੇ ਨੇ ਬੜੀ ਵਾਰੀ, ਇੱਥੇ ਮਾਹੌਲ ਵੀ ਉਹੋ ਜਿਹਾ ਹੈਗਾ, ਸੜਕਾਂ ਵਗੈਰਾ ਦਾ ਜਾਲ ਵਧੀਆ ਹੈਗਾ, ਉਹ ਇੱਥੇ ਆ ਸਕਦੇ ਸੀ। ਉਹ ਇੱਕ ਵਾਰੀ ਵੀ ਨਹੀਂ ਗਏ ਉਹਨਾਂ ਦੇ ਵਾਸਤੇ, ਉੱਥੇ ਲੈਣ ਦੇ ਵਾਸਤੇ, ਕਹਿਣ ਦੇ ਵਾਸਤੇ। ਨਰਿੰਦਰ ਮੋਦੀ ਹੋਰੀ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸੀ, ਉਹ ਲਿਜਾ ਕੇ ਸਾਰਾ ਜਿਹੜਾ ਜੀ ਉਹ ਪ੍ਰੋਜੈਕਟ ਲੈ ਗਏ। ਜਦੋਂ ਐਫਰਟ ਨਹੀਂ ਕੀਤੀ ਜਾਂਦੀ, ਤੁਹਾਨੂੰ ਜੇ ਯਾਦ ਹੋਵੇ, ਮੈਂ ਥੋੜੀ ਜਿਹੀ ਗੱਲ ਹੋਰ ਜਿਹੜੀ ਕਹੂੰਗਾ, ਜਦੋਂ
ਮੌਜੂਦਾ ਸਰਕਾਰ ਬਣੀ ਹੈ, ਇਹਨਾਂ ਨੇ ਉੱਥੇ ਬੰਬੇ ਦੇ ਵਿੱਚ ਜਾ ਕੇ ਇੱਕ ਸੈਮੀਨਾਰ ਕੀਤਾ ਸੀਗਾ ਬਿਜ਼ਨਸਮੈਨਾਂ ਨੂੰ ਇਕੱਠਿਆਂ ਕਰਕੇ। ਕਹਿੰਦੇ ਆਓ ਤੁਸੀਂ ਇੱਥੇ ਤੇ ਅਸੀਂ 5 ਰੁਪਏ ਬਿਜਲੀ ਦੇਵਾਂਗੇ। ਮਹਿੰਦਰਾ ਵਾਲੇ ਕਹਿੰਦੇ ਤੁਸੀਂ ਪੌਣੇ 3 ਰੁਪਏ ਸਾਡੇ ਤੋਂ ਚੁੱਕੋ ਜਿੰਨੀ ਚਾਹੀਦੀ ਆ। ਰਿਲਾਇੰਸ ਵਾਲੇ ਕਹਿੰਦੇ ਅਸੀਂ 2.5 ਰੁਪਏ ਬਾਕੀ ਸੂਬਿਆਂ ਨੂੰ ਦੇ ਦਿੰਦੇ ਆ, ਸਾਡੇ ਨਾਲ ਗੱਲ ਕਰੋ, ਤੁਸੀਂ ਸਾਨੂੰ 5 ਰੁਪਏ ਬਿਜਲੀ ਦਿਓਗੇ। ਇਦਾਂ ਕਿੱਦਾਂ ਇੰਡਸਟਰੀ ਜਿਹੜੀ ਆ ਉਹ ਆ ਸਕਦੀ ਆ? ਬੜਾ ਸਭ ਮੈਂ ਫੇਰ ਕਹੂੰਗਾ, ਜਿਹੜਾ ਫੂਲੋ ਖਾਰੀ ਜਿਹੜਾ ਲੱਗਿਆ ਤੇਲ ਸੋਧ ਕਾਰਖਾਨਾ, ਉਹ ਚਿੱਟਾ ਹਾਥੀ ਹੈ, ਨੋ ਡਾਊਟ ਉਹਨੇ ਕੰਮ ਦਿੱਤਾ, ਪਰ ਕਦੀ ਕਿਸੇ ਨੇ ਦੇਖਿਆ ਕਿ ਉਹਦੇ ਵਿੱਚ ਪੰਜਾਬੀਆਂ ਨੂੰ ਕਿੰਨਾ ਕੰਮ ਮਿਲਿਆ ਜੀ? ਇੱਥੇ ਤਾਂ ਤੁਸੀਂ ਪੁਲਿਸ ਦੇ ਵਿੱਚੋਂ ਵੀ ਪੰਜਾਬੀ ਜਿਹੜੇ ਉਹ ਸਾਈਡ ਦੇ ਉੱਤੇ ਕਰ ਦਿੱਤੇ ਆ ਜੀ। ਇਹ ਗਲਤ ਨੀਤੀਆਂ। ਲੋਕਾਂ ਨੇ ਜਿਹੜੇ ਲੋਕ ਹੈ ਉਹ ਵੀ ਚੁੱਪ ਚਪੀਤੇ ਪਨੂੰ ਸਭ ਸਹਿੰਦੇ ਜਾ ਰਹੇ ਆ ਵੀ ਜੇ 5 ਤੋਂ 6 ਹੋਇਆ ਬਿਜਲੀ ਦਾ ਬਿੱਲ, 7 ਹੋਇਆ, 8 ਹੋਇਆ, 10 ਹੋ ਗਿਆ, ਚੁੱਪ ਕਰਕੇ ਭਰੀ ਜਾ ਰਹੇ ਨੇ। ਸਰਕਾਰ ਨੂੰ ਪਤਾ ਲੱਗ ਗਿਆ ਜਿਵੇਂ ਪੈਟਰੋਲ ਹੈ, ਪੈਟਰੋਲ ਵੱਧ ਰਿਹਾ 15 20 ਪੈਸੇ ਕਰਕੇ 102 ਰੁਪਏ ਦੇ ਨੇੜੇ ਤੇੜੇ ਪਹੁੰਚ ਚੱਲਿਆ ਆਪਣੇ ਪੰਜਾਬ ਦੇ ਵਿੱਚ। ਬਾਹਰਲੇ ਸੂਬਿਆਂ ਦੇ ਵਿੱਚ ਇਸ ਤੋਂ ਵੀ ਵੱਧ ਰਿਹਾ, ਤੇ ਡੀਜ਼ਲ ਵੀ ਨਾਲ ਦੀ ਨਾਲ 92 ਤੇ ਆ ਗਿਆ, ਕੰਪੀਟੀਸ਼ਨ ਚ ਆ ਗਿਆ ਜੀ ਪਿੱਛੇ। ਮਗਰ ਤੁਸੀਂ ਦੇਖੋ ਖੇਤੀ ਵਿੱਚ ਡੀਜ਼ਲ ਕਿੰਨਾ ਯੂਜ਼ ਹੁੰਦਾ, ਟਰੈਕਟਰਾਂ 'ਚ ਯੂਜ਼ ਹੁੰਦਾ, ਆਪਣੇ ਜਿਹੜੇ ਇਹਨਾਂ ਨੇ ਜਨਰੇਟਰ ਲਾਉਂਦੇ ਆ ਜਦੋਂ ਬਿਜਲੀ ਚਾਹੁੰਦੀ ਹੈ ਉੱਥੇ ਚਲਾਇਆ ਜਾਂਦਾ, ਇੰਜਣਾਂ 'ਚ ਯੂਜ਼ ਹੁੰਦਾ। ਇਹਦੇ ਬਾਰੇ ਕੋਈ ਖਿਆਲ ਨਹੀਂ ਹੈਗਾ। ਤੁਸੀਂ ਗੱਲ ਕੀਤੀ ਸੀ ਕਿ ਜੇ ਨੀਤਾਂ ਠੀਕ ਹੋਣ, ਹੁਣ ਨੀਤਾਂ ਦੀ ਗੱਲ ਦੇਖੋ ਕਿ ਜਦੋਂ ਇਹ ਸਾਡੀ ਮੌਜੂਦਾ ਸਰਕਾਰ ਪੰਜਾਬ ਦੇ ਵਿੱਚ ਆਈ ਸੀ 2017 ਦੇ ਵਿੱਚ, ਤਾਂ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਦਾ, ਆੜ੍ਹਤੀਆਂ ਦਾ, ਬੈਂਕਾਂ ਦਾ ਤੇ ਦੂਸਰੇ ਬੈਂਕਾਂ ਤੋਂ ਜਿਹੜਾ ਕੋਆਪਰੇਟਿਵ ਬੈਂਕ ਤੇ ਦੂਸਰੇ ਬੈਂਕਾਂ ਦਾ ਸਾਰਾ ਕਰਜ਼ਾ ਮਾਫ ਕਰ ਦਿਆਂਗੇ ਅਸੀਂ ਕਿਸਾਨਾਂ ਦਾ। ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮਜ਼ਦੂਰਾਂ ਦਾ ਤੇ ਬੇਜ਼ਮੀਨੇ ਜਿਹੜੇ ਲੋਕ ਨੇ ਕਿਸਾਨ, ਉਹਨਾਂ ਦਾ ਵੀ ਕਰ ਦਿਆਂਗੇ। ਪਹਿਲਾਂ ਕਿਸਾਨਾਂ ਦੇ ਨਾਲ ਤਾਂ ਜਿਹੜੀ ਆ ਉਹ ਹੋ ਚੁੱਕੀ ਹੋਈ ਹੈ ਜਿੰਨੀ ਹੋਣੀ ਸੀ। ਬਹੁਤ ਸਾਰੇ ਉਹ ਲੋਕ ਨੇ ਜਿਨ੍ਹਾਂ ਨੂੰ ਲੋੜ ਹੀ ਨਹੀਂ ਸੀ, ਉਹਨਾਂ ਦਾ ਮਾਫ ਹੋ ਗਿਆ। ਔਰ ਹੁਣ ਇਹਨਾਂ ਨੇ ਕੀਤਾ ਕਿ ਜਿਹੜੇ ਮਜ਼ਦੂਰ ਨੇ ਖੇਤੀਆਰ ਔਰ ਜਿਹੜੇ ਬੇਜ਼ਮੀਨੇ ਕਿਸਾਨ ਨੇ, ਉਹਨਾਂ ਨੂੰ ਸਿਰਫ 20,000 ਰੁਪਈਆ ਉਹਨਾਂ ਦਾ ਮਾਫ ਕਰਨਾ। ਕਿੱਡਾ ਵੱਡਾ ਇੱਕ ਊਠ ਦੇ ਮੂੰਹ 'ਚ ਜੀਰਾ ਦੇਣ ਵਾਲੀ ਗੱਲ ਹੈਗੀ ਆ। ਕੋਝਾ ਮਜ਼ਾਕ ਹੈ। ਤੁਹਾਡੀ ਸਰਕਾਰ ਸਿਰੇ ਪਹੁੰਚੀ ਹੋਈ ਹੈ, ਵੋਟਾਂ ਤੁਸੀਂ ਲੈਣ ਦੀ ਗੱਲ ਕਰਦੇ ਪਏ ਹੋ ਔਰ ਘਿਰੇ ਪਏ ਹੋ ਤੁਸੀਂ, ਹਰ ਥਾਂ ਤੇ ਸਰਕਾਰ ਘਿਰੀ ਪਈ ਆ। ਆਪਣਾ ਅੰਦਰਲਾ ਕਾਟੋ ਕਲੇਸ਼ ਜਿਹੜਾ ਉਹ ਉਹਨਾਂ ਨੂੰ ਵੱਖਰਾ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਈ ਧਮਾਕੇ ਹੋ ਜਾਣੇ ਆ। ਇਸ ਕਿਸਮ ਦੇ ਧੋਖੇ ਲੋਕਾਂ ਦੇ ਵਿੱਚ ਬੇਭਰੋਸਗੀ ਦੀ ਆਸ ਹੁੰਦੀ ਵੀ ਬੇਭਰੋਸਗੀ ਬਣੇਗੀ, ਪਰ ਫਿਰ ਲੋਕੀ ਉਧਰ ਚਲੇ ਜਾਂਦੇ ਆ। ਇਹ ਕਿੱਡਾ ਵੱਡਾ ਧੋਖਾ ਹੈ, ਖਾਸ ਤੌਰ ਤੇ ਉਹਨਾਂ ਗਰੀਬਾਂ ਨਾਲ ਜਿਹੜੇ ਪਿਛਲੇ 4.5 ਸਾਲਾਂ ਤੋਂ ਆਸ ਲਾਈ ਬੈਠੇ ਸੀ ਕਿ ਸਾਡਾ ਥੋੜਾ ਜਿਹਾ ਭਾਰ ਸਰਕਾਰ ਹਲਕਾ ਕਰ ਦੇ। ਬੜਾ ਸਾਹਿਬ ਇੱਕ ਜਗ੍ਹਾ ਦੇ ਉੱਤੇ ਹਫ਼ਤਾ 1.5 ਹਫ਼ਤਾ ਪਹਿਲਾਂ ਹੀ ਗਏ, ਉੱਥੇ ਵੀ ਇਦਾਂ ਦਾ ਧੱਕਾ ਹੀ ਜਿਹੜਾ ਹੋ ਰਿਹਾ ਪਿੰਡ 'ਚ। ਉਹਨਾਂ ਨੂੰ ਬਥੇਰਾ ਕੋਸ਼ਿਸ਼ ਕੀਤੀ, ਉਹ ਕਹਿੰਦੇ ਜੀ ਸਾਨੂੰ ਧਮਕੀਆਂ ਦਿੰਦਾ MLA। ਧਮਕੀ ਕੀ ਦਿੰਦਾ ਕਿ ਤੇਰਾ ਨਾਮ ਜਿਹੜਾ ਹੈ ਮੈਂ ਆਟਾ ਦਾਲ ਸਕੀਮ 'ਚੋਂ ਕਟਵਾ ਦਿਆਂਗਾ, ਮੈਂ ਤੇਰਾ ਨਾਮ ਮਨਰੇਗਾ ਦੇ ਵਿੱਚੋਂ ਜਿਹੜਾ ਜੀ ਉਹ ਕਟਾ ਦੂੰ। ਮੈਨੂੰ ਉਹਨਾਂ ਨੇ ਮੁੰਡਿਆਂ ਨੇ, ਨੌਜਵਾਨਾਂ ਨੇ ਉਹ ਲਿਸਟਾਂ ਦਿਖਾਈਆਂ ਜਿਹਦੇ ਵਿੱਚ ਖਾਂਦੇ ਪੀਂਦੇ ਘਰਾਂ ਦੇ ਲੋਕਾਂ ਦੇ ਸਾਰੇ ਮੈਂਬਰਾਂ ਦੇ ਨਾਮ ਮਨਰੇਗਾ ਸਕੀਮ ਦੇ ਵਿੱਚ ਸ਼ਾਮਲ ਨੇ, ਉਹ ਆਟਾ ਦਾਲ ਸਕੀਮ ਦੇ ਵਿੱਚ ਵੀ ਸ਼ਾਮਲ ਨੇ। ਇਸ ਲਿਸਟ ਦੇ ਵਿੱਚ ਵੀ ਤੁਸੀਂ ਦੇਖ ਲੈਣਾ, ਲਿਸਟਾਂ ਆ ਜਾਣਗੀਆਂ, ਬਹੁਤ ਕੁਝ ਸਾਹਮਣੇ ਆ ਜਾਣਾ। ਇਹਦੇ ਵਿੱਚ ਵੀ ਖਾਂਦੇ ਪੀਂਦੇ ਘਰਾਂ ਦੇ ਲੋਕ, ਜ਼ਮੀਨਾਂ ਵਾਲੇ ਲੋਕ ਪੈਸੇ ਲੈ ਜਾਣਗੇ, ਠੀਕ ਹੈ ਨਾ, ਚਾਹੇ ਉਹ 20,000 ਹੀ ਹੈ। ਇੱਥੇ ਹਾਲਾਤ ਜਿਹੜੇ ਇਹੋ ਜਿਹੇ ਜਿਹੜਾ ਜੀ ਉਹ ਬਣਾ ਦਿੱਤੇ ਗਏ ਆ ਬੜਾ ਸਾਹਿਬ ਕਿ ਇਦਾਂ ਹੱਥ ਕਰ ਲਏ ਲੋਕਾਂ ਨੇ। ਆਏ ਹੋ ਕੀ ਲੈ ਕੇ ਆਏ ਹੋ, ਚੱਲੇ ਹੋ ਤੇ ਕੀ ਦੇ ਕੇ ਜਾਓਗੇ। ਇਹ ਜਿਹੜੀ ਚੀਜ਼ ਨਾ ਅਸਲ ਦੇ ਵਿੱਚ ਪੰਜਾਬ ਨੂੰ ਇਸ ਚੀਜ਼ ਨੇ ਮਾਰਿਆ ਜੀ। ਇੱਥੇ ਇਹ ਵੀ ਹੋਣਾ ਹੈ ਕਿ ਬਹੁਤ ਸਾਰੇ ਮਜ਼ਦੂਰ ਜਿਹੜੇ ਕਿਸਾਨਾਂ ਦੇ ਨਾਲ ਕੰਮ ਕਰਦੇ ਵੱਡਿਆਂ ਨਾਲ, ਉਹਨਾਂ ਨੇ ਮਜ਼ਦੂਰਾਂ ਦੇ ਨਾਂ ਤੇ ਕਰਜ਼ੇ ਲਏ ਹੋਇਆ। ਇਹ ਜਦੋਂ ਮਾਫ ਹੋਣਾ ਹੈ, ਉਹ ਮਾਫੀ ਤੇ ਜਾਣੀ ਹੈ ਉਹਦੇ ਜੇਬ 'ਚ ਕਿਸਾਨ ਦੇ, ਪਰ ਜਿਹੜਾ ਬਾਕੀ ਕਰਜ਼ਾ ਖੜਿਆ ਰਹਿਣਾ ਉਹ ਮਜ਼ਦੂਰ ਦੇ ਨਾਂ ਤੇ ਖੜਿਆ ਰਹਿਣਾ। ਉਹ ਕਿਸੇ ਦਿਨ ਉਹ ਫਸ ਵੀ ਸਕਦਾ। ਤੁਸੀਂ ਗੱਲ ਕੀਤੀ ਹੈ ਕਿ ਮਨਰੇਗਾ ਦੀ, ਜਦੋਂ ਮਨਰੇਗਾ ਸ਼ੁਰੂ ਹੋਈ ਸੀ ਉਦੋਂ ਇਹੋ ਜਿਹੇ ਕੇਸ ਵੀ ਆਏ ਸੀ ਕਿ ਮੱਧ ਪ੍ਰਦੇਸ਼ ਦੇ ਵਿੱਚ ਇੱਕ ਸਿਟਿੰਗ ਜੱਜ ਦਾ ਨਾਂ ਜਿਹੜਾ ਉਹ ਕਾਰਡ ਦੇ ਵਿੱਚ ਸ਼ਾਮਲ ਕੀਤਾ ਹੋਇਆ ਉਸ ਪਿੰਡ ਦਾ, ਕਿ ਜੀ ਉਹਨੇ ਵੀ ਮਜ਼ਦੂਰੀ ਕਰਨੀ ਹੈ। ਮਤਲਬ ਇਹੋ ਜਿਹੇ ਕੇਸ ਵੀ ਆ ਚੁੱਕੇ ਹੋਏ ਆ। ਤੁਸੀਂ ਗੱਲ ਕੀਤੀ MLA ਦੀ, ਮੈਨੂੰ ਯਾਦ ਆ ਗਿਆ ਪਿਛਲੇ ਦਿਨਾਂ 'ਚ ਸਾਡੇ ਨਾਲ ਜਿਹੜੇ ਐਕਸ ਚੇਅਰਮੈਨ ਬਲਦੇਵ ਸਰਾਂ ਸੀਗੇ ਬਿਜਲੀ ਬੋਰਡ ਦੇ ਕਾਰਪੋਰੇਸ਼ਨ ਦੇ, ਉਹਨਾਂ ਨੇ ਸਾਨੂੰ ਇਹ ਗੱਲ ਕਹੀ ਹੈ, ਔਨ ਰਿਕਾਰਡ ਕਹੀ ਹੈ ਕਿ ਜੀ MLAs ਤਾਂ ਖੁਦ ਬਿਜਲੀ ਦੀ ਚੋਰੀ ਕਰਾਉਂਦੇ ਆ। ਜਦੋਂ ਇਹ ਜਿੱਤ ਜਾਂਦੇ ਨੇ ਨਾ, ਤੇ ਖਾਸ ਤੌਰ ਤੇ ਬਾਰਡਰ ਦਾ ਏਰੀਆ, ਬਾਕੀਆਂ 'ਚ ਵੀ ਹੁੰਦੀ ਆ, ਇਹ ਆ ਕੇ ਆਪ ਕਹਿੰਦੇ ਜੀ ਅਸੀਂ ਹੁਣ ਜਿੱਤ ਗਏ ਆ, ਸਾਡੇ ਲੋਕਾਂ ਨੇ ਅੱਗੋਂ ਸਾਨੂੰ ਜਿਹੜੀ ਆ ਨਾ ਉਹ ਵੋਟ ਨਹੀਂ ਪਾਉਣੀ ਜੇਕਰ ਤੁਸੀਂ ਇਹਨਾਂ ਦੇ ਉੱਤੇ ਜੁਰਮਾਨੇ ਲਾਤੇ ਜਾਂ ਇਹਨਾਂ ਦੇ। ਸਾਹਿਬ ਤੁਸੀਂ MLA ਦੀ ਗੱਲ ਕਰਦੇ ਹੋ, ਜਿਹੜੇ ਮੁੱਖ ਮੰਤਰੀ ਬਣਨ ਲਈ ਪਰ ਤੋਲ ਰਹੇ ਸੁਖਬੀਰ ਸਿੰਘ ਬਾਦਲ, ਉਹਨਾਂ ਦਾ ਭਾਸ਼ਣ ਸੁਣ ਲਓ ਜਿਹੜਾ ਫਿਰੋਜ਼ਪੁਰ 'ਚ ਦਿੱਤਾ ਹੋਇਆ ਉਹਨਾਂ ਨੇ। ਕਹਿੰਦੇ ਸਾਡੇ ਟਾਈਮ ਮੌਜ ਸੀ ਨਾ, ਕੁੰਡੀਆਂ ਲਾਉਂਦੇ ਸੀ, ਆਉਂਦੇ ਸੀ ਬਿੱਲ। ਬਿਲਕੁਲ ਸਰਕਾਰ ਲੈ ਆਇਓ, ਕਹਿੰਦੇ ਸਰਕਾਰ ਲੈ ਆਇਓ, ਜਿਵੇਂ ਮਰਜ਼ੀ ਕੁੰਡੀਆਂ ਲਾ ਲਿਓ, ਤੁਹਾਨੂੰ ਕੋਈ ਬਿੱਲ ਨਹੀਂ ਆਉਂਦਾ ਜੀ। ਸੋ ਕਿਵੇਂ ਇਸ ਪੰਜਾਬ ਨੂੰ ਤੁਸੀਂ ਉੱਪਰ ਲੈ ਕੇ ਜਾਓਗੇ? ਅੱਜ ਸਾਡਾ ਪੰਜਾਬ ਜਿਹੜਾ 1995 ਦੇ ਨੇੜੇ ਤੇੜੇ, ਜਿਹੜਾ ਅਸੀਂ ਗੱਲ ਕਰੀਏ ਜਦੋਂ ਹਰੀ ਕ੍ਰਾਂਤੀ ਤੋਂ ਬਾਅਦ ਦਾ ਅਸੀਂ ਫਰੂਟ ਖਾਧਾ ਸਾਰਿਆਂ ਨੇ, ਉਸ ਵੇਲੇ ਪੰਜਾਬ ਪਹਿਲੇ 3 ਸੂਬਿਆਂ 'ਚ ਆਉਂਦਾ ਸੀ ਟੌਪ ਵਾਲਿਆਂ ਦੇ ਵਿੱਚ। ਅੱਜ ਖਿਸਕ ਕੇ ਸਾਡੀ 10ਵੇਂ 11ਵੇਂ ਨੰਬਰ ਤੇ ਅਸੀਂ ਪਹੁੰਚ ਗਏ ਹੋਏ ਹਾਂ।
ਤਾਂ ਤੁਸੀਂ ਲੋਕਾਂ ਨੂੰ ਜਦੋਂ ਇਹ ਗੱਲਾਂ ਕਹੋਗੇ, ਔਰ ਜਦੋਂ ਅਸੀਂ ਗੱਲ ਕਰਦੇ ਹਾਂ ਸਮੱਸਿਆਵਾਂ ਦੀ ਵਿਪਨ ਸਾਹਿਬ, ਉਦੋਂ ਤਾਂ ਦਿਲ ਘਬਰਾ ਜਾਂਦਾ ਕਿ ਪੰਜਾਬ ਦੇ ਵਿੱਚ ਸਮੱਸਿਆਵਾਂ ਤੋਂ ਸਿਵਾਏ ਕੁਝ ਦਿਸਦਾ ਹੀ ਨਹੀਂ ਹੈਗਾ ਹੁਣ ਤੇ। ਇਸ ਟਾਈਮ ਸਥਿਤੀ ਇੰਨੀ ਜਿਹੜੀ ਗੰਭੀਰ ਹੋ ਗਈ। ਹੁਣ ਵੇਖੋ ਉੱਤੋਂ ਚੋਣਾਂ ਆ ਰਹੀਆਂ ਨੇ, ਔਰ ਕਦੇ ਕਹਿੰਦੇ ਦਲਿਤ ਮੁੱਖ ਮੰਤਰੀ ਬਣਾਉਣਾ, ਤੇ ਦੂਸਰਾ ਕਹਿੰਦਾ ਅਸੀਂ ਡਿਪਟੀ ਸੀਐਮ ਬਣਾ ਦੇਣਾ। ਹੁਣ ਸੁਖਬੀਰ ਹੋਣਾ ਨੇ ਤਾਂ ਕਿਹਾ ਕਿ ਅਸੀਂ ਇੱਕ ਹਿੰਦੂ ਬਣਾਵਾਂਗੇ, ਇੱਕ ਦਲਿਤ ਡਿਪਟੀ ਸੀਐਮ ਬਣਾਵਾਂਗੇ, ਔਰ ਨਾਲ ਦੀ ਨਾਲ ਦੂਸਰੇ ਪਾਸੇ ਆਮ ਆਦਮੀ ਪਾਰਟੀ ਤੇ ਡਿਕਲੇਅਰ ਕਰ ਚੁੱਕੀ ਹੋਈ ਹੈ। ਉਹਨਾਂ ਨੇ ਕਿਹਨੂੰ ਬਣਾਉਣਾ ਉਹ ਹਾਲੇ ਉਹਨਾਂ ਦੇ ਸਾਹਮਣੇ ਕੁਝ ਨਹੀਂ ਆ ਰਿਹਾ, ਪਰ ਉਹ ਅੱਖ ਰੱਖ ਰਹੇ ਨੇ ਕਿ ਇੱਥੇ ਧਰਮ ਦਾ ਪਤਾ ਖੇਡੀਏ ਕਿ ਕਿਹੜਾ ਖੇਡੀਏ। ਬੀਜੇਪੀ ਨੇ ਤਾਂ ਕਹਿ ਦਿੱਤਾ ਕਿ ਦਲਿਤ ਮੁੱਖ ਮੰਤਰੀ ਅਸੀਂ ਬਣਾਵਾਂਗੇ। ਇਹਨਾਂ ਸਥਿਤੀਆਂ ਦੇ ਵਿੱਚੋਂ ਇਸ ਵਕਤ ਪੰਜਾਬ ਦੀ ਜਨਤਾ ਜਿਹੜੀ ਫਸੀ ਹੋਈ ਹੈ, ਉਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਹੁਣ ਕੀ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ, ਕਿਸਾਨ ਅੰਦੋਲਨ ਦੀ ਸਥਿਤੀ ਤੁਸੀਂ ਵੇਖ ਹੀ ਚੁੱਕੇ ਹੋ, ਕਿਵੇਂ ਸਰਕਾਰ ਦੀ ਕੋਸ਼ਿਸ਼ ਹੈ ਕਿ ਇਹਨੂੰ ਤੋੜਿਆ ਜਾਵੇ ਕਿਸੇ ਨਾ ਕਿਸੇ ਢੰਗ ਨਾਲ। ਹੁਣ ਤੇ ਉਹਨਾਂ ਦੇ ਉੱਤੇ ਆਪਾਂ ਗੱਲ ਕਰਕੇ ਹਟੇ ਹਾਂ ਪਹਿਲਾਂ ਕਾਨੂੰਨ ਦੀ, ਉਹਨਾਂ ਦੇ ਉੱਤੇ ਉਹ ਵੀ ਦੇਸ਼ ਧਰੋਹ ਦੇ ਕਾਨੂੰਨ ਵੀ ਲਾਉਣੇ ਸ਼ੁਰੂ ਕਰ ਦਿੱਤੇ ਆ। ਬੀਜੇਪੀ ਦੇ ਅੰਦਰੋਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ ਕਿਸਾਨਾਂ ਦੇ ਹੱਕ ਵਿੱਚ। ਜੋਸ਼ੀ ਜੀ ਨੂੰ ਬਾਹਰ ਕੱਢ ਕੇ ਰੱਖ ਦਿੱਤਾ ਹੈ। ਬੜਾ ਸਾਹਿਬ ਇਸ ਤਰ੍ਹਾਂ ਹੈ, ਜਿਹੜੇ ਜੇ ਇਹਦੇ ਨਾਲ ਡਿਪਟੀ ਸੀਐਮ ਬਣਾ ਦੇਣ ਦੇ ਨਾਲ ਮੁਸ਼ਕਲਾਂ ਹੱਲ ਹੋਣੀਆਂ ਹੁਣ, ਤੇ ਇਸ ਵੇਲੇ ਜੱਟਾਂ ਦੀਆਂ ਤਾਂ ਕੋਈ ਮੁਸ਼ਕਲ ਹੀ ਨਾ ਹੁੰਦੀ। ਇਹ ਤਾਂ ਸਵਰਗ 'ਚ ਰਹਿੰਦੇ ਹੁੰਦੇ ਨਾ, ਸਵਰਗਵਾਸੀ ਤਾਂ ਨਾ ਹੁੰਦੇ, ਚਲੋ ਸਵਰਗ 'ਚ ਤਾਂ ਰਹਿੰਦੇ ਹੁੰਦੇ ਨਾ, ਸਵਰਗ ਵਰਗੇ ਹੁੰਦੇ, ਠੀਕ ਹੈ ਨਾ। ਤੇ ਤੁਸੀਂ ਇਹ ਕਿਵੇਂ ਕਹਿੰਦੇ ਹੋ ਕਿ ਦਲਿਤ ਭਾਈਚਾਰੇ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਦਲਿਤ ਡਿਪਟੀ ਸੀਐਮ ਬਣਾ ਕੇ ਜਾਂ ਸੀਐਮ ਬਣਾ ਕੇ ਤੁਸੀਂ ਜਿਹੜੀਆਂ ਪੂਰੀਆਂ, ਇਸ ਵੇਲੇ ਤਾਂ ਰਾਸ਼ਟਰਪਤੀ ਇਸ ਭਾਈਚਾਰੇ ਦੇ ਵਿੱਚੋਂ ਨੇ, ਉਹਨਾਂ ਨੇ ਕੋਈ ਇੱਕ ਸਿੰਗਲ ਪੂਣੀ ਕੱਤੀ ਹੈ ਜੀ ਕਦੀ ਇਸ ਭਾਈਚਾਰੇ ਦੇ ਵਾਸਤੇ? ਕਦੇ ਕਦੇ ਉਹਨਾਂ ਨੇ ਕੱਤੀ ਹੈ? ਮਾਇਆਵਤੀ ਹੁਰੀ ਕਿੰਨੀ ਵਾਰੀ ਮੁੱਖ ਮੰਤਰੀ ਰਹੇ ਆ ਉੱਤਰ ਪ੍ਰਦੇਸ਼ ਦੇ, ਹਾਲਤ ਦੇਖ ਲਓ ਕੀ ਹੈ, ਕੀ ਹਾਲਾਤ ਕੀਤੇ ਉਹ ਉੱਥੇ। ਇਸ ਭਾਈਚਾਰੇ ਦੇ ਵਾਸਤੇ ਕੁਝ ਮੰਦਰਾਂ ਤੇ ਕੁਝ ਖੂਹਾਂ ਦੇ ਜਿੰਦਰੇ ਨਾ ਖਲਵਾ ਸਕੇ ਜੀ, ਵੀ ਉੱਥੇ ਚੜ੍ਹ ਸਕਣ। ਅੱਜ ਵੀ ਪਾਬੰਦੀਆਂ ਨੇ। ਤੁਸੀਂ ਕਿਸ 21st ਸੈਂਚਰੀ ਦੇ ਵਿੱਚ ਰਹਿ ਰਹੇ ਹੋ ਜਦੋਂ ਤੁਸੀਂ ਇਹ ਗੱਲਾਂ ਸੁਣਦੇ ਹੋ ਕਿ ਕਿਸੇ ਇੱਕ ਦਲਿਤ ਭਾਈਚਾਰੇ ਦੀ ਬੱਚੀ ਜਿਹੜੀ ਆ ਉਹਨੂੰ ਚੁੱਕ ਕੇ ਜਬਰੀ ਜਿਹੜਾ ਉਹ ਲੈ ਗਏ, ਉਹਨੂੰ ਰੇਪ ਕਰਕੇ ਜਿਹੜਾ ਉਹ ਮਾਰ ਦਿੱਤਾ। ਇਸ ਤਰ੍ਹਾਂ ਦੀਆਂ ਤਾਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ। ਉਹਨਾਂ ਵੱਲ ਕੌਣ ਦੇਖ ਰਿਹਾ ਜੀ? ਉਹਨਾਂ ਚੀਜ਼ਾਂ ਦੀ ਸਮੱਸਿਆ ਦਾ ਹੱਲ ਜਿਹੜਾ ਉਹ ਕੌਣ ਕਰ ਰਿਹਾ? ਇਹ ਧਿਆਨ ਡਾਈਵਰਟ ਕਰਨ ਦੀਆਂ ਜਿਹੜੀਆਂ ਉਹ ਸਾਰੀਆਂ ਗੱਲਾਂ ਹੋ ਰਹੀਆਂ ਨੇ। ਇੱਕ ਡਿਪਟੀ ਸੀਐਮ ਅਸੀਂ ਉਧਰੋਂ ਲਾ ਦਾਂਗੇ, ਤੁਸੀਂ ਏਦਾਂ ਕਰੋ ਇੱਕ ਸੀਐਮ ਲਾ ਲਓ, ਬਾਕੀ ਸਾਰੇ ਡਿਪਟੀ ਲਾ ਦਿਓ, ਸਾਰੇ ਬਣਾ ਦਿਓ, ਠੀਕ ਹੈ ਨਾ। ਬਾਕੀ ਭਾਈਚਾਰੇ ਹੋਰ ਬੜੇ ਰਹਿੰਦੇ ਨੇ ਇੱਥੇ, ਬਿਲਕੁਲ ਹੁਣ ਥੋੜੇ ਰਹਿੰਦੇ ਨੇ ਜੀ। ਮੁਸਲਿਮ ਭਾਈਚਾਰਾ ਇਸ ਵੇਲੇ ਬਹੁਤ ਵੱਡੀ ਗਿਣਤੀ ਦੇ ਵਿੱਚ ਹੈ ਪੰਜਾਬ ਦੇ ਵਿੱਚ, ਚਾਹੇ ਉੱਤਰ ਪ੍ਰਦੇਸ਼ ਚੋਂ ਆ ਕੇ ਇੱਥੇ ਪੱਕੇ ਤੌਰ ਦੇ ਉੱਤੇ ਵਸ ਗਏ ਆ ਜਾਂ ਇੱਥੋਂ ਵਾਲੇ ਆ। ਤੁਸੀਂ ਦੇਖਣਾ ਹੋਵੇ ਤੇ ਜਿਹੜੀ ਇਹਨਾਂ ਦੀ ਜੁਮੇ ਦੀ ਨਮਾਜ਼ ਹੁੰਦੀ ਆ, ਤੁਸੀਂ ਉਹਨਾਂ ਥਾਵਾਂ ਦੇ ਉੱਤੇ ਜਾ ਕੇ ਤਾਂ ਦੇਖੋ, ਕੱਲ ਨੂੰ ਉਹ ਵੀ ਕਹਿਣਗੇ ਸਾਡਾ ਵੀ ਇੱਕ ਲਾਓ। ਕ੍ਰਿਸਚਨ ਭਾਈਚਾਰਾ ਬੜਾ, ਕੁਝ ਡਿਸਟ੍ਰਿਕਟ ਦੇ ਵਿੱਚ ਤਾਂ ਬਹੁਤ ਜ਼ਿਆਦਾ ਉਧਰ ਸਰਹੱਦੀ ਖੇਤਰਾਂ ਦੇ ਵਿੱਚ, ਉਹ ਕਹਿਣਗੇ ਇੱਕ ਸਾਡਾ ਵੀ ਡਿਪਟੀ ਸੀਐਮ ਜਿਹੜਾ ਉਹ ਲਾਓ। ਕੀ ਧਰਮ ਦੇ ਆਧਾਰ ਦੇ ਉੱਤੇ ਇਹ ਅਹੁਦੇ ਵੰਡੇ ਜਾਣੇ ਚਾਹੀਦੇ ਆ? ਮੈਂ ਸਮਝਦਾ ਕਿ ਅੱਜ ਪੰਜਾਬ ਨੂੰ ਇੱਕ ਪੰਜਾਬੀ ਦੀ ਲੋੜ ਹੈ, ਉਹ ਚਾਹੇ ਸਿੱਖ ਭਾਈਚਾਰੇ 'ਚ ਹੋਵੇ, ਚਾਹੇ ਹਿੰਦੂ ਭਾਈਚਾਰੇ 'ਚ ਹੋਵੇ, ਚਾਹੇ ਜਿੱਥੋਂ ਮਰਜ਼ੀ ਹੋਵੇ ਜੀ। ਮੈਂ ਕਈ ਵਾਰੀ ਗੱਲ ਕੀਤੀ ਹੈ, ਅੱਜ ਜਾਖੜ ਸਾਹਿਬ ਲਗਭਗ ਲਾਂਭੇ ਕਰਤੇ ਗਏ। ਮੈਂ ਸਮਝਦਾ ਪੰਜਾਬ ਦੇ ਸਿਆਣੇ ਨੇਤਾਵਾਂ ਦੇ ਵਿੱਚੋਂ ਉਹ ਨੇ ਇੱਕ, ਬਿਲਕੁਲ ਠੀਕ ਹੈ, ਸਿਆਣੇ ਗੱਲ ਕਰਦੇ ਰਹੇ, ਜਦੋਂ ਵੀ ਕਰਦੇ ਰਹੇ ਆ। ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰਦੇ ਆ, ਤੁਸੀਂ ਵੀ ਬਹੁਤ ਵਾਰੀ ਉਹਨਾਂ ਦੀ ਇੰਟਰਵਿਊ ਕੀਤੀਆਂ ਹੋਣਗੀਆਂ ਵੜੈਚ ਸਾਹਿਬ, ਕਦੀ ਤੁਹਾਡੇ ਦਿਮਾਗ 'ਚ ਇਹ ਸਵਾਲ ਆਇਆ ਕਿ ਇਹਨਾਂ ਨੂੰ ਕੋਈ ਹਿੰਦੂ ਧਰਮ ਦੇ ਨਾਲ ਜਾਂ ਸਿੱਖ ਧਰਮ ਦੇ ਨਾਲ ਸੰਬੰਧਿਤ ਸਵਾਲ ਪੁੱਛੀਏ? ਨੋ, ਉਹ ਫਿਗਰਸ ਫੈਕਟ ਦੇ ਉੱਤੇ ਗੱਲ ਜਿਹੜਾ ਕਰਦੇ ਨੇ। ਅੱਜ ਪੰਜਾਬ ਨੂੰ ਉਹਨਾਂ ਨੇਤਾਵਾਂ ਦੀ ਲੋੜ ਹੈ ਜਿਹਦੇ ਅੰਦਰ ਪੰਜਾਬੀ ਹੋਵੇ। ਮਨੀਸ਼ ਤਿਵਾੜੀ ਜੀ ਨੇ ਇੱਕ ਕੀਤਾ ਸੀਗਾ ਟਵੀਟ, ਉਹਦੇ ਵਿੱਚ ਉਹਨਾਂ ਨੇ ਵੀ ਗਿਣਿਆ ਜੀ ਵੀ ਇੱਥੇ ਇੰਨੇ % ਸਿੱਖ ਨੇ, ਇੰਨੇ % ਹਿੰਦੂ ਨੇ, ਇੰਨੇ % ਦਲਿਤ ਨੇ। ਮੈਂ ਉਹਨਾਂ ਦਾ ਰੀਟਵੀਟ ਕੀਤਾ ਸੀਗਾ, ਉੱਤੇ ਜਿਹੜਾ ਜੀ ਲਿਖ ਕੇ ਵੀ ਬਹੁਤ ਵਧੀਆ ਤੁਸੀਂ ਅੰਕੜੇ ਪੇਸ਼ ਕੀਤੇ ਆ, ਇਹ ਵੀ ਦੱਸੋ ਇਹਨਾਂ ਦੇ ਵਿੱਚੋਂ ਬੋਲਿਆ ਕੌਣ ਕੌਣ ਹੈ, ਤਾਂ ਕਿ ਆਪਾਂ ਵਿਰੋਧੀਆਂ ਨੂੰ ਜਵਾਬ ਦੇ ਸਕੀਏ। ਅੱਜ ਧਰਮ ਦੇ ਆਧਾਰ ਦੇ ਉੱਤੇ ਬਹੁਤ ਵੰਡੀਆਂ ਪੈ ਚੁੱਕੀਆਂ ਹੋਈਆਂ ਨੇ। ਅੱਜ ਇਹਨਾਂ ਨੂੰ ਮੇਟਣ ਦੀ ਲੋੜ ਹੈ, ਘਟਾਉਣ ਦੀ ਲੋੜ ਹੈ। ਇਹ ਸਿਆਸਤਦਾਨ ਇਹਨਾਂ ਨੂੰ ਹੋਰ ਹਵਾ ਦੇ ਕੇ ਹੋਰ ਜ਼ਿਆਦਾ ਜਿਹੜਾ ਜੀ ਉਹ ਵਧਾਈ ਜਾ ਰਿਹਾ। ਕੀ ਮੰਨ ਲਓ ਜੇ ਅਕਾਲੀ ਦਲ ਦੀ ਸਰਕਾਰ ਆ ਜਾਂਦੀ ਵੜੈਚ ਸਾਹਿਬ, ਸੁਖਬੀਰ ਸਿੰਘ ਬਾਦਲ ਹੋਰੀ ਮੁੱਖ ਮੰਤਰੀ ਬਣ ਜਾਂਦੇ ਆ, ਇੱਕ ਡਿਪਟੀ ਮੁੱਖ ਮੰਤਰੀ ਦਲਿਤ ਬਣ ਜਾਂਦਾ, ਇੱਕ ਡਿਪਟੀ ਮੁੱਖ ਮੰਤਰੀ ਹਿੰਦੂ ਭਾਈਚਾਰਾ ਜਿਹੜਾ ਬਣ ਜਾਂਦਾ, ਫਿਰ ਸ਼ਰਾਬ ਦੀ ਸਮਗਲਿੰਗ ਰੁਕ ਜੂਗੀ, ਫਿਰ ਜਿਹੜੀ ਮਾਈਨਿੰਗ ਆ ਉਹ ਰੁਕ ਜੂਗੀ, ਫਿਰ ਬੱਸਾਂ ਤੁਹਾਡੀਆਂ ਮੇਰੀਆਂ ਜਾਂ ਆਮ ਲੋਕਾਂ ਦੀਆਂ ਹੋ ਜਾਣਗੀਆਂ ਜੀ, ਫਿਰ ਕਿਤੇ ਨਸ਼ੇ ਸਾਰਾ ਚਿੱਟਾ ਖਤਮ ਹੋ ਜਾਊਗਾ, ਕੇਬਲ ਜਿਹੜੀ ਹੈ ਜੀ ਉਹ ਆਮ ਜਿਹੜੇ ਜ਼ਰੂਰਤ ਨੇ ਉਹਨਾਂ ਨੂੰ ਮਿਲ ਜੂਗੀ, ਬੇਅਦਬੀ ਦੀਆਂ ਘਟਨਾਵਾਂ ਦੇ ਅਸਲ ਦੋਸ਼ੀ ਫੜੇ ਜਾਣਗੇ। ਇਹ ਉਹ ਸਵਾਲ ਨੇ, ਜੇ ਉਹ ਫੜੇ ਜਾਣਗੇ ਫਿਰ ਸਾਨੂੰ ਡਟ ਕੇ ਹਮਾਇਤ ਕਰਨੀ ਚਾਹੀਦੀ ਹੈ ਇਸ ਚੀਜ਼ ਦੀ। ਜੇ ਉਹ ਨਹੀਂ ਹੋ ਸਕਦਾ, ਕੁਝ ਨਹੀਂ ਬਦਲਣਾ, ਤੇ ਫਿਰ ਤੁਸੀਂ ਉੱਥੇ ਜਿਹੜੇ ਜੀ ਸਿਰਫ ਚਿਹਰੇ ਬਦਲੋਗੇ। ਇਹ ਸਵਾਲ ਲੋਕਾਂ ਦੇ ਸਾਹਮਣੇ ਆ ਸਭ ਤੋਂ ਵੱਡਾ, ਕਿ ਤੁਸੀਂ ਪੰਜਾਬ ਦੇ ਵਿਕਾਸ ਦੇ ਉੱਤੇ ਵੋਟ ਪਾਉਣੀ ਹੈ ਜਾਂ ਇਸ ਦੇ ਉੱਤੇ ਪਾਉਣੀ ਹੈ ਕਿ ਤੁਸੀਂ ਕਿਹੜੇ ਭਾਈਚਾਰੇ ਚੋਂ ਜਾਂ ਕਿਹੜੇ ਧਰਮ ਚੋਂ।
ਕੁਝ ਹੋਰ ਮਹੱਤਵਪੂਰਨ ਵਿਸ਼ੇ ਨੇ ਜਿਨ੍ਹਾਂ ਦੇ ਉੱਤੇ ਗੱਲ ਕਰਨੀ ਬਣਦੀ ਹੈ, ਉਹਨਾਂ ਦੀ ਪੜਚੋਲ ਕਰਨੀ ਬਣਦੀ ਹੈ, ਖਬਰਾਂ ਨੂੰ ਤੋੜ ਕੇ ਵੇਖਣ ਦਾ ਜਿਹੜਾ ਉਹ ਸਾਡਾ ਕੋਸ਼ਿਸ਼ ਹੈਗੀ ਹੈ ਕਿ ਕੁਝ ਲੱਭੀਏ ਉਹਦੇ ਵਿੱਚੋਂ, ਤਾਂ ਕਿ ਗੱਲ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਜਿਹੜਾ ਵੋਟਰ ਹੈ ਉਹਦੇ ਮਨ ਦੇ ਵਿੱਚ ਮੈਨੂੰ ਸਭ ਕੁਝ ਨਾ ਕੁਝ ਸਪਸ਼ਟਤਾ ਹੋ ਸਕੇ ਕਿ ਹੁਣ ਉਹਨੇ ਵੋਟਾਂ, ਆਪਾਂ ਜਿਵੇਂ ਪਹਿਲਾਂ ਬ੍ਰੇਕ ਤੋਂ ਬਾਅਦ ਪਹਿਲਾਂ ਕਰ ਰਹੇ ਸੀ ਗੱਲ, ਕਿ ਇੱਕ ਸਪਸ਼ਟ ਹੋਣਾ ਚਾਹੀਦਾ ਵੋਟਰ ਨੂੰ ਹੁਣ ਕਿ ਉਹਨੇ ਕਿਹਨੂੰ ਪਾਉਣੀ ਆ ਵੋਟ। ਔਰ ਤੁਹਾਡੇ ਕੋਲ ਕੋਈ ਬਦਲ ਵੀ ਆ ਰਹੇ ਨੇ, ਲੇਕਿਨ ਇੱਥੇ ਆਪਾਂ ਇਹ ਗੱਲ ਕਰਾਂਗੇ ਪਨੂ ਸਾਹਿਬ ਚੱਲਦੇ ਚੱਲਦੇ ਕਿ ਜਿਨ੍ਹਾਂ ਲੋਕਾਂ ਦੀਆਂ ਵੋਟਾਂ ਲੈਣੀਆਂ ਨੇ, ਹੈ ਨਾ, ਉਹਨਾਂ ਦੀਆਂ ਸਮੱਸਿਆਵਾਂ ਦਾ ਤੁਸੀਂ ਜ਼ਿਕਰ ਕਰ ਹੀ ਚੁੱਕੇ ਹੋ। ਨਸ਼ਿਆਂ ਦੀ ਸਮੱਸਿਆ ਵੱਖਰੀ ਹੈ, ਟਰਾਂਸਪੋਰਟ ਮਾਫੀਆ ਵੱਖਰਾ ਹੈ, ਸ਼ਰਾਬ ਦਾ ਵੱਖਰਾ ਹੈ, ਸਾਰੇ ਰਲਾ ਲਈਏ, ਮਾਈਨਿੰਗ ਵਾਲਾ, ਔਰ ਜਿਹੜੀ ਸਟੇਟ ਦਾ ਜਿਹੜੀ ਆਮਦਨ ਹੈ ਉਹਦੇ ਉੱਤੇ ਕਿੰਨਾ ਵੱਡਾ ਬੋਝ ਹੈ, ਔਰ ਉਹਦੇ ਵਿੱਚੋਂ ਕਿਵੇਂ ਪੈਸਾ ਇਹ ਪੋਲੀਟੀਸ਼ੀਅਨ ਆਪਣੀਆਂ ਜੇਬਾਂ ਦੇ ਵਿੱਚ ਪਾ ਰਿਹਾ ਜਿਹੜਾ ਸਰਕਾਰ ਕੋਲੇ ਜਾਣਾ ਚਾਹੀਦਾ। ਪਿਛਲੇ ਕਈ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ, ਬਲਕਿ ਜੇ ਕਹਿ ਲਈਏ ਕਿ 2017 ਤੋਂ ਹੀ ਹੈ, ਜਿਹੜੇ ਅਧਿਆਪਕ ਨੇ ਉਹ ਆਪਣੀਆਂ ਤਨਖਾਹਾਂ ਦੇ ਲਈ, ਆਪਣੇ ਰੁਜ਼ਗਾਰ ਦੇ ਲਈ, ਜਾਂ ਜਿਹੜੇ ਟ੍ਰੇਨਡ ਟੀਚਰ ਨੇ, ETT ਟੀਚਰ ਨੇ, B.Ed ਟੀਚਰ ਨੇ, ਉਹ ਸਰਕਾਰ ਨੂੰ ਕਹਿ ਰਹੇ ਕਿ ਸਾਨੂੰ ਬਣਦੀਆਂ ਜਿਹੜੀਆਂ ਅਸਾਮੀਆਂ ਨੇ ਖਾਲੀ ਪਈਆਂ ਉਹਨਾਂ ਦੇ ਉੱਤੇ ਤੇ ਲਾਗੂ। ਉਹ ਕੁਛ ਗਲਤ ਤਾਂ ਨਹੀਂ ਨਾ ਮੰਗ ਰਹੇ, ਲੇਕਿਨ ਅਸੀਂ ਦੇਖ ਰਹੇ ਹਾਂ ਉਹਨਾਂ ਦੀ ਜਿੰਨੀ ਖਿੱਚ ਤੂ ਹੋ ਰਹੀ ਹੈ, ਜਿੰਨੀ ਕੁੱਟ ਹੋ ਰਹੀ ਹੈ, ਸਿਸਮਾ ਫਾਰਮ ਉਹਨਾਂ ਨਾਲ ਹੋਈ ਹੈ, ਮੁਹਾਲੀ ਹੋਈ ਹੈ, ਔਰ ਪਟਿਆਲਾ ਤਾਂ ਇੱਕ ਟ੍ਰੇਡ ਮਾਰਕ ਬਣ ਗਿਆ ਹੋਇਆ ਇਹਨਾਂ ਦੇ ਟੀਚਰਾਂ ਨੂੰ ਪੁਲਿਸ ਵੱਲੋਂ ਕੁੱਟਣ ਦਾ। ਹਾਲਾਂਕਿ ਜਿਹੜੇ ਪੁਲਿਸ ਵਾਲੇ ਆ ਉਹ ਡਿਊਟੀ ਤੋਂ ਮਜਬੂਰ ਨੇ, ਹੈ ਤੇ ਉਹਨਾਂ ਦੇ ਭੈਣ ਭਰਾ ਅਗਲੇ ਜਿਨ੍ਹਾਂ ਦੇ ਉੱਤੇ ਡੰਡੇ ਮਾਰਦੇ ਆ। ਔਰ ਇਹਦੇ ਪ੍ਰਤੀ ਸਰਕਾਰ ਬਿਲਕੁਲ ਚਿੰਤਤ ਨਹੀਂ ਹੈਗੀ। ਸਰਕਾਰ ਨੂੰ ਇਹ ਹੈ ਕਿ ਅਸੀਂ ਪ੍ਰਧਾਨ ਕਿਹਨੂੰ ਲਾਉਣਾ, ਤੇ ਅਸੀਂ ਮੁੱਖ ਮੰਤਰੀ ਕਿਹਨੂੰ ਬਣਾਉਣਾ, ਤੇ ਚੋਣਾਂ ਦੇ ਵਿੱਚ ਕਿਹਨੂੰ ਅੱਗੇ ਲਾਉਣਾ, ਤੇ ਅਗਲਾ ਪ੍ਰਧਾਨ ਅਸੀਂ ਜਿਹੜਾ ਚੀਫ ਹੈ ਤੇ ਉਹ ਕੌਣ ਬਣਾਉਣਾ। ਬਿਲਕੁਲ ਜੀ, YPS ਸੈਂਟਰ ਤਾਂ 3rd ਡਿਗਰੀ ਸੈਂਟਰ ਬਣ ਗਿਆ ਹਾਂਜੀ ਹਾਂ। ਇਸ ਵੇਲੇ ਮੈਂ ਪਰਸੋਂ ਚੌਥ ਜਿਹੜਾ ਦੀ ਉਹ ਲੰਘਦਿਆਂ ਇੱਕ ASI ਸੀ, ਉਹਦੇ ਕੋਲੇ ਗੱਡੀ ਰੋਕੀ। ਮੈਂ ਕਿਹਾ ਜੀ ਅੱਜ ਕਿਹਨੂੰ ਕੁੱਟਣਾ? ਉਹ ਕਹਿੰਦਾ ਜੀ ਪਤਾ ਨਹੀਂ, ਜਿਹੜਾ ਵੀ ਆ ਗਿਆ ਅਸੀਂ ਤਾਂ ਕੁੱਟਣ ਵਾਲੇ ਆ। ਸ਼ੁਕਰ ਹੈ ਤੁਸੀਂ ਨਹੀਂ ਫਸ ਗਏ। ਨਹੀਂ ਮੇਰਾ ਖਿਆਲ ਆ ਫਸ ਤਾਂ ਸਕਦੇ ਸੀ, ਕੋਈ ਸ਼ੱਕ ਨਹੀਂ, ਕਿਉਂਕਿ ਤੁਹਾਨੂੰ ਪਤਾ ਹੀ ਆ ਜਿਸ ਤਰ੍ਹਾਂ ਉਹ ਖੜੇ ਆ ਡਾਂਗ ਹੱਥ 'ਚ ਲੈ ਕੇ, ਕੀ ਪਤਾ ਜਿਹੜਾ ਮੂਹਰੇ ਆ ਗਿਆ। ਬਿਲਕੁਲ। ਤੇ ਉਹ ਮੁੜ ਕੇ ਇੱਕ ਦਿਨ ਡਾਕਟਰ ਆਏ ਤੇ ਉਹ ਮੈਂ ਨੇੜੇ ਦੀ ਲੰਘਿਆ ਤੇ ਮੈਂ ਇੱਕ ਹੋਰ ਕੋਲੇ ਰੋਕ ਲਈ ਗੱਡੀ। ਮੈਂ ਕਿਹਾ ਅੱਜ ਕੁੱਟਿਆ ਨਹੀਂ ਇਹਨਾਂ ਨੂੰ? ਉਹ ਕਹਿੰਦਾ ਚੁੱਪ ਕਰਕੇ ਚਲੇ ਗਏ ਨਾ, ਫਿਰ ਤਾਂ ਇਸ ਕਰਕੇ ਕੁੱਟਿਆ। ਅੱਜ ਕੁੱਟਣ ਦੀ ਲੋੜ ਨਹੀਂ, ਕਿਉਂਕਿ ਉਹ ਡਾਕਟਰ ਸੀ। ਉਹ ਡਾਕਟਰ ਸੀਗੇ। ਉਹ ਰਜਿੰਦਰਾ ਵਾਲੇ ਬਹੁਤੇ ਹੋਣੇ ਆ, ਤੇ ਲੋੜ ਪੁਲਿਸੀਆਂ ਨੂੰ ਵੀ ਪੈਣੀ ਹੈ ਨਾ, ਉੱਥੇ ਹੀ ਪੈਣੀ। ਉਹਨਾਂ ਨੂੰ ਜਿਹੜਾ ਉਹ ਕੱਢ ਦਿੱਤਾ। ਵੜੈਚ ਸਾਹਿਬ, ਉੱਥੋਂ ਤੁਸੀਂ ਕੁਝ ਸਟੈਪ ਜਾਂਦੇ ਹੋ ਤੇ ਮੁੱਖ ਮੰਤਰੀ ਸਾਹਿਬ ਦਾ ਮਹਿਲ ਆ। ਬਿਲਕੁਲ। ਔਰ ਉੱਥੇ ਪ੍ਰਨੀਤ ਕੌਰ ਜਿਹੜੇ ਪਟਿਆਲਾ ਲੋਕ ਸਭਾ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਆ, ਉਹ ਰਹਿੰਦੇ ਆ ਨਾਲ। ਉਹਨਾਂ ਦੇ ਬਿਲਕੁਲ ਸਾਹਮਣੇ ਬ੍ਰਹਮ ਮਹਿੰਦਰਾ ਹੋਰਾਂ ਦੀ ਕੋਠੀ ਹੈ, ਜਿਹੜੇ ਕਿ ਕੈਬਨਿਟ ਮੰਤਰੀ ਨੇ। ਥੋੜਾ ਜਿਹਾ ਹੋਰ ਗਾਂ ਲੰਘ ਜਾਓ ਜਿਹੜਾ ਜੀ, ਉੱਥੇ ਫਿਰ ਆ ਜਾਂਦੀ ਹੈ ਜੀ ਵਿਜੇ ਇੰਦਰ ਸਿੰਗਲਾ ਹੋਰਾਂ ਦੀ ਕੋਠੀ। ਠੀਕ ਹੈ ਜੀ। ਇੱਧਰ ਉਰੇ ਨੂੰ ਆ ਜਾਓ ਫੁਹਾਰਾ ਚੌਂਕ ਵੱਲ ਨੂੰ, ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਹੋਰਾਂ ਦੀ ਕੋਠੀ ਹੈ ਜੀ। ਸਿੰਗਲ ਬੰਦਾ, ਇਹ ਸਾਰੇ ਸਰਕਾਰ ਦਾ ਹਿੱਸਾ ਨੇ। ਸਿੰਗਲ ਬੰਦਾ ਕਦੀ ਨਹੀਂ ਬੋਲਿਆ ਇਹਨਾਂ ਦੇ ਵਾਸਤੇ। ਇੰਨੇ ਹਫ਼ਤਿਆਂ ਤੋਂ ਇਹ ਲੋਕ ਉੱਥੇ ਕੁੱਟ ਖਾਣ ਜਾ ਰਹੇ ਆ। ਕਿਉਂ? ਉਹਨਾਂ ਦਾ ਗੁਨਾਹ ਕੀ ਆ? ਉਹ ਇਹਨਾਂ ਦੇ ਸਕੂਲਾਂ 'ਚ ਪੜ੍ਹੇ ਆ, ਇਹਨਾਂ ਦੇ ਕਾਲਜਾਂ 'ਚ ਪੜ੍ਹੇ ਆ, ਜਿਹੜੀਆਂ ਇਹਨਾਂ ਨੇ ਕਈਆਂ ਉਹ ਡਿਗਰੀਆਂ ਉਹਨਾਂ ਨੇ ਹਾਸਲ ਕੀਤੀਆਂ। ਇਹ ਕਹਿੰਦੇ ETT ਕਰ ਲਓ, ਟੀਚਰ ਲਾ ਦਾਂਗੇ, ਕਰ ਲਈ। ਕਹਿੰਦੇ ਨਹੀਂ ਹੁਣ ETT ਦਾ ਨਹੀਂ ਚੱਲਣਾ, ਟੈਟ ਪਾਸ ਕਰੋ। ਟੈਟ ਪਾਸ ਕਰ ਲਿਆ, ਫਿਰ ਜਿਹੜਾ ਜੀ ਉਹ ਕਹਿੰਦੇ ਨਹੀਂ, ਇੱਕ ਗਰੁੱਪ ਜਿਹੜਾ ਦੂਜਾ ਸਾਹਮਣੇ ਖੜਾ ਕਰ ਦਿੱਤਾ ਜੀ। ਉਹਨਾਂ ਦੇ ਕੋਲੇ ਐਜੂਕੇਸ਼ਨ ਵੱਧ ਹੈ, ਅਸੀਂ ਉਹਨਾਂ ਨੂੰ ਪਹਿਲਾਂ ਲਾਵਾਂਗੇ। ਉਹ ਪੜ੍ਹਾਤੇ ਜੀ ਆਪਸ ਦੇ ਵਿੱਚ। ਅੱਛਾ, ਉਹ ਹੁਣ ਰੋਜ਼ ਉੱਥੇ ਵਿਚਾਰੇ ਕੁੱਟ ਖਾਂਦੇ ਨੇ। ਮੈਨੂੰ ਹੈਰਾਨਗੀ ਜਿਹੜੀ ਇਸ ਗੱਲ ਦੀ ਆ, ਮੈਨੂੰ ਇਹ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਗੀ ਵੜੈਚ ਸਾਹਿਬ, ਵੀ ਸਰਕਾਰ ਨੇ ਤਾਂ ਲੋਈ ਲਾਈ ਆ। ਉਹ ਸਿਆਣੇ ਕਹਿੰਦੇ ਨਾ, ਜਿਹਨੇ ਲਾਈ ਲੋਈ ਉਹਦਾ ਕੀ ਕਰੂਗਾ ਕੋਈ। ਸਰਕਾਰ ਨੇ ਤਾਂ ਲੋਈ ਲਾਈ ਆ। ਕੀ ਸਮਝ ਲਿਆ ਜਾਵੇ ਕਿ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਨੇ ਵੀ ਲੋਈ ਲਾ ਦਿੱਤੀ ਹੈ ਸਰਕਾਰ ਦੇ ਨਾਲ ਹੀ। ਉਹਨਾਂ ਨੂੰ ਇਹ ਬਿਲਕੁਲ ਨਹੀਂ ਦਿਸ ਰਿਹਾ ਕਿ ਉਹ ਸਾਡੀਆਂ ਬੱਚੀਆਂ ਨੇ, ਉਹ ਧੀਆਂ ਭੈਣਾਂ ਨੇ ਸਾਡੀਆਂ ਹੀ ਨੇ ਨਾ, ਕਿਤੇ ਬਾਹਰੋਂ ਥੋੜੀ ਨੇ। ਕਰਦੇ ਆ ਉਹਨਾਂ ਦੀ ਉੱਥੇ। ਸਾਡਾ ਇੱਕ ਕਲਚਰ ਹੈ ਵੜੈਚ ਸਾਹਿਬ, ਮਤਲਬ ਕਿ ਲੜਕੀ ਦੇ ਉੱਤੇ ਹੱਥ ਚੁੱਕਣਾ ਜਿਹੜਾ ਜੀ, ਤਾਂ ਸਿਰ ਤੇ ਪਿਆਰ ਦੇਣ ਵਾਲੇ ਕਲਚਰ ਦੇ ਵਿੱਚੋਂ ਅਸੀਂ ਇਹ ਡਾਂਗਾਂ ਜਿਹੜੀਆਂ ਉਹਨਾਂ ਦੇ ਉੱਤੇ ਵਰਾ ਰਹੇ ਨੇ। ਇਹਨਾਂ ਦੀ ਕੋਈ ਪੁੱਛਗਿੱਛ ਨਹੀਂ। ਹਿਊਮਨ ਰਾਈਟਸ ਦੀਆਂ ਆਰਗੇਨਾਈਜੇਸ਼ਨ, ਹਿਊਮਨ ਰਾਈਟਸ ਦਾ ਕਮਿਸ਼ਨ, ਇੱਕ ਜਿਹੜੇ ਵੂਮਨ ਕਮਿਸ਼ਨ ਬਣਿਆ ਹੋਇਆ, ਉਹ ਚਲੇ ਜਾਂਦੇ ਆ ਕਿਸੇ ਉਹ ਜਿਹਨੇ ਖੁਦਕੁਸ਼ੀ ਕੀਤੀ ਆ ਉੱਥੇ, ਜਾਂ ਸਿੰਗਰ ਦਾ ਸਮਝੌਤਾ ਕਰਾਉਣ ਦੇ ਵਾਸਤੇ ਉਹਨਾਂ ਨੂੰ ਇਹ ਕੁੜੀਆਂ ਨਹੀਂ ਦਿਸਦੀਆਂ। ਗੁਲਾਟੀ ਜੀ ਨੂੰ ਕੋਈ ਨਹੀਂ ਆਉਂਦਾ, ਕੋਈ ਨਹੀਂ ਦਿਸਦਾ, ਕੋਈ ਨਹੀਂ ਇੱਥੇ ਆ ਰਿਹਾ, ਕੋਈ ਇਹਨਾਂ ਪੋਲੀਟੀਸ਼ੀਅਨਾਂ ਦੇ ਵਿੱਚੋਂ ਨਹੀਂ ਬੋਲ ਰਿਹਾ। ਉਹ ਹੱਕ ਮੰਗਣ ਆਏ ਨੇ। ਮੈਂ ਨਹੀਂ ਇਹ ਕਹਿੰਦਾ ਤੁਸੀਂ ਤੁਹਾਡੇ ਕੋਲ ਨੌਕਰੀਆਂ ਹੈਗੀਆਂ ਨਹੀਂ ਹੈਗੀਆਂ, ਕੀ ਕਰੋ ਕੀ ਨਾ ਕਰੋ, ਸਰਕਾਰ ਦੀਆਂ ਪਾਲਿਸੀਜ਼ ਨੇ। ਸਰਕਾਰ ਦੀ ਪਾਲਿਸੀ ਦੇ ਵਿੱਚ ਇਹ ਤਾਂ ਸ਼ਾਮਲ ਨਹੀਂ ਗਾ ਵੜੈਚ ਸਾਹਿਬ ਕਿ ਤੁਸੀਂ ਉਹਨਾਂ ਨੂੰ ਕੁੱਟਣਾ ਹੈ।
ਡਾਂਗਾ ਜਿਹੜੀਆਂ ਉਹ ਫੇਰਨੀਆਂ ਨੇ। ਜਿਹੜੇ ਉਹ ਪੁਲਿਸ ਵਾਲੇ ਉੱਥੇ ਖੜੇ ਨੇ, ਉੱਥੇ ਸੀਨੀਅਰ ਆਫੀਸਰ ਘੱਟੋ ਘੱਟ SP ਜਾਂ SSP ਲੈਵਲ ਦੇ ਹੋਣਗੇ, ਨਾਲ ਉਹਦੇ ਵਿੱਚ SP ਲੈਵਲ ਦੇ ਤਾਂ ਹੋਣਗੇ ਜਿਹੜੇ ਅਗਵਾਈ ਕਰ ਰਹੇ ਹੋਣਗੇ। ਇਹ ਸਮਝ ਲਿਆ ਜਾਵੇ ਕਿ ਇਹਨਾਂ ਦੇ ਹੱਥੋਂ ਬਾਹਰ ਚਲੇ ਗਈ ਹੋਈ ਹੈ ਗੱਲ, ਜਾਂ ਇਹ ਆਪਣੀ ਖਿੱਦ ਜਿਹੜੀ ਆ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਲੋਕਾਂ ਦੇ ਉੱਤੇ ਜਿਹੜਾ ਉਤਾਰ ਰਹੇ ਨੇ। ਇਹ ਉਹਨਾਂ ਕੋਲ ਇੱਕ ਫੰਡਾਮੈਂਟਲ ਰਾਈਟ ਆ, ਮੌਲਿਕ ਅਧਿਕਾਰ ਹੈ ਐਜੀਟੇਸ਼ਨ ਜਿਹੜੀ ਉਹ ਕਰਨ ਦਾ, ਰੋਸ ਪ੍ਰਗਟ ਕਰਨ ਦਾ, ਜਿੰਦਾਬਾਦ ਮੁਰਦਾਬਾਦ ਕਹਿਣ ਦਾ। ਆਪਾਂ 124A ਦੇ ਬਾਰੇ ਦੇ ਵਿੱਚ ਜਿਹੜਾ ਜੀ ਗੱਲ ਕੀਤੀ, ਜਾਂ ਤਾਂ ਦੇਸ਼ ਧਰੋਹੀ ਦੇ ਪਰਚੇ ਦਰਜ ਕਰਕੇ ਸਾਰੇ ਅੰਦਰ ਦੇ ਦਿਓ, ਸਾਰਾ ਕੰਮ ਨਿਬੜ ਜਾਵੇ, ਫਿਰ ਤੁਸੀਂ ਉਹ ਵਿਚਾਰੇ ਨਾ ਉੱਥੇ ਆਉਣ, ਨਾ ਇਹਨਾਂ ਨੂੰ ਜਿਹੜਾ ਜੀ ਉਹ ਪਰੇਸ਼ਾਨ ਕਰਨ। ਉਹ ਸਾਰੀ ਦੀ ਸਾਰੀ ਸੜਕ ਪੱਕੀ ਰੋਕ ਕੇ ਬੈਠੇ ਹੋਏ ਆ। ਜਦੋਂ ਉੱਥੇ 3-3 4-4 ਲੇਅਰ ਤੁਸੀਂ ਲਾ ਕੇ ਉਹ ਸੜਕ ਬੰਦ ਕੀਤੀ ਹੋਈ ਆ, ਕੀ ਉਹ ਤੋੜ ਕੇ ਪੱਟ ਕੇ ਚਲੇ ਜਾਣਗੇ? ਤੁਸੀਂ ਉਹਦੇ ਉੱਤੇ ਖੜੇ ਰਹੋ, ਉਹਨਾਂ ਨੂੰ ਕਹਿ ਦਿਓ ਆਹ ਤੁਹਾਡੀ ਹੱਦਬੰਦੀ ਆ। ਜਿੱਦਣ ਟੀਚਰ ਹੁਣ ਕੁੱਟੇ ਲੇਟੈਸਟ ਇਹਨਾਂ ਨੇ ਵੜਿਆ ਸਭ ਕੁੱਟ ਕੇ, ਬੁਰੇ ਤਰੀਕੇ ਨਾਲ ਕੁੱਟ ਕੇ, ਬਾਅਦ ਚ ਕਹਿੰਦੇ ਸਾਡੀ ਚੰਡੀਗੜ੍ਹ ਗੱਲ ਹੋ ਗਈ, ਤੁਹਾਡੀ ਮੀਟਿੰਗ ਫਲਾਂ ਤਰੀਕ ਦੀ ਫਿਕਸ ਹੈ ਸੁਰੇਸ਼ ਕੁਮਾਰ ਹੋਰਾਂ ਦੇ ਨਾਲ। ਇਹ ਗੱਲ ਕੁੱਟਣ ਤੋਂ ਪਹਿਲਾਂ ਵੀ ਕਹੀ ਜਾ ਸਕਦੀ ਸੀ, ਔਰ ਉਹ ਮੀਟਿੰਗ ਫੇਰ ਨਹੀਂ ਹੋਈ। ਉਹ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਕਿਹਾ, ਅਗਲੇ ਦਿਨ ਦਾ ਟਾਈਮ ਦੇ ਦਿੱਤਾ ਗਿਆ, ਮੀਟਿੰਗ ਨਹੀਂ ਹੋਈ। ਗੱਲ ਇਹ ਹੈ ਪੰਨੂ ਸਾਹਿਬ, ਇੱਥੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਪੁਲਿਸ ਕੋਲੇ ਡਾਂਗਾ ਵੀ ਨੇ, ਉਹਨਾਂ ਕੋਲੇ ਬੰਦੂਕਾਂ ਵੀ ਨੇ, ਪਰ ਜਿਹੜੇ ਇਹ ਐਜੀਟੇਟਰਸ ਨੇ ਇਹ ਤਾਂ ਖਾਲੀ ਹੱਥ ਨੇ। ਉੱਥੇ ਇਹਨਾਂ ਦਰੀਆਂ ਵਿਛਾਈਆਂ ਨੇ, ਹਥਿਆਰ ਥੋੜੀ ਉੱਥੇ ਬੈਠੇ ਹੋਏ ਆ। ਤੁਸੀਂ ਉਹਨਾਂ ਦੇ ਉੱਤੇ ਪਾਣੀ ਦੀਆਂ ਬਿਸ਼ਾਰਾਂ ਪਾਉਂਦੇ ਹੋ, ਡੰਡੇ ਮਾਰਦੇ ਹੋ। ਉਹਨਾਂ ਨੇ ਤੁਹਾਡੇ ਤੇ ਅੱਗੇ ਕੀ ਹਮਲਾ ਕਰਨ ਵਾਸਤੇ ਆਏ? ਕੀ ਬਾਰਡਰ ਤੇ ਬੈਠੇ ਹੋਏ ਹੋ ਤੁਸੀਂ ਕਿ ਉਹਨਾਂ ਦੇ ਨਾਲ ਤੁਸੀਂ ਇੰਨੀ ਜ਼ਿਆਦਤੀ ਕਰਦੇ ਪਏ ਹੋ? ਔਰ ਫਿਰ ਅਸੀਂ ਦੇਖਿਆ ਕਿ ਉੱਥੇ ਵਿਚਾਰੀਆਂ ਕੁੜੀਆਂ, ਉਹਨਾਂ ਦੇ ਬੱਚੇ ਨਾਲ ਫਿਰਦੇ ਪਏ ਆ, ਉਹਨਾਂ ਦੇ ਵਿੱਚ ਕੋਈ ਬਿਮਾਰ ਵੀ ਹੋ ਸਕਦਾ, ਹੈਂਡੀਕੈਪਸ ਨੂੰ ਨਹੀਂ ਛੱਡਿਆ ਇਹਨਾਂ ਨੇ। ਸੋ ਪੈਰਾ 올림픽ਸ ਵਾਲੇ ਜੀ ਉਹ ਜਿਹੜੇ ਚੰਡੀਗੜ੍ਹ ਕੁੱਟੇ ਉਧਰ। ਅੱਛਾ, ਉਧਰ ਵੀ ਤੁਸੀਂ ਦੇਖੋ, ਬੜੀ ਅਜੀਬ ਗੱਲ ਹੈ ਪੰਨੂ ਸਾਹਿਬ ਕਿ ਅਗਰ ਭਾਰਤੀ ਜਨਤਾ ਪਾਰਟੀ ਵਾਲੇ ਉੱਥੇ ਜਾਂਦੇ ਆ 15 ਮਿੰਟ ਚ ਆ ਜਾਂਦੇ ਆ। ਕੈਪਟਨ ਸਾਹਿਬ ਆਪਣੇ ਅਫੀਸ਼ੀਅਲ ਰੈਜ਼ੀਡੈਂਸ ਦੇ ਵਿੱਚ ਮਿਲਣ ਵਾਸਤੇ ਆਉਂਦੇ ਨੇ ਉਹਨਾਂ ਨੂੰ, ਪ੍ਰਾਈਵੇਟ ਤੋਂ ਚੱਲ ਕੇ ਸਿਸਵਾ ਉੱਥੋਂ 12-13 ਕਿਲੋਮੀਟਰ ਦੂਰ ਹੈ। ਔਰ ਜੇਕਰ ਉੱਥੇ ਪੈਰਾ 올림픽 ਵਾਲੇ ਆਉਂਦੇ ਨੇ ਜਾਂ ਉੱਥੇ ਟੀਚਰ ਆਉਂਦੇ ਨੇ ਤਾਂ ਉਹਨਾਂ ਨਾਲ ਕੈਪਟਨ ਸਾਹਿਬ ਘਰੇ ਬੈਠ ਕੇ ਵੀਡੀਓ ਕਾਲ ਤੇ ਕਰਦੇ ਆ। ਔਰ ਜਦੋਂ ਇੱਕ ਪੈਰਾ 올림픽 ਵਾਲਾ ਇੱਕ ਖਿਡਾਰੀ ਕਹਿੰਦਾ ਕਿ ਸਾਡੇ ਨਾਲ ਜ਼ਿਆਦਤੀ ਹੋਈ, ਕਹਿੰਦੇ ਜ਼ਿਆਦਤੀ ਹੋਈ ਆ, ਉਹ ਕਹਿੰਦੇ ਮੈਨੂੰ ਪਤਾ ਲੱਗਿਆ ਪੁਲਿਸ ਨੇ ਤੁਹਾਡੇ ਨਾਲ ਜ਼ਿਆਦਤੀ ਕੀਤੀ ਆ, ਮੈਂ ਉਹ ਦੇਖਾਂਗਾ, ਮੈਂ ਉਹਨਾਂ ਤੇ ਵੀ ਐਕਸ਼ਨ ਲਵਾਂਗਾ। ਕੀ ਐਕਸ਼ਨ ਲਿਆ ਉਹਨਾਂ? ਕੋਈ ਨਹੀਂ ਐਕਸ਼ਨ। ਜਿਨ੍ਹਾਂ ਨੇ ਉਹਨਾਂ ਨੂੰ ਖਿੱਚ ਧੂ ਕੀਤੇ ਉੱਥੇ ਕੋਈ ਐਕਸ਼ਨ ਲਿਆ ਉਹਨਾਂ ਦੇ ਉੱਤੇ? ਇਹ ਬੜਾ ਵੱਡਾ ਸਵਾਲ ਹੈ ਕਿ ਜਿਹੜੀਆਂ ਬਾਕੀ ਪਾਰਟੀਆਂ ਇਸ ਟਾਈਮ ਖੜੀਆਂ ਹੋਈਆਂ ਨੇ ਵੋਟਾਂ ਲੈਣ ਵਾਸਤੇ, ਤੁਸੀਂ ਨਵੇਂ ਐਲਾਨ ਕਰਦੇ ਪਏ ਹੋ। ਤੁਹਾਨੂੰ ਇਹ ਜਿਹੜੇ ਰੁਜ਼ਗਾਰ ਵਾਲੇ, ਬੇਰੁਜ਼ਗਾਰ ਵੀ ਲੋਕ ਨੇ ਉੱਥੇ ਜਿਹੜੇ ਡਿਗਰੀਆਂ ਲਈਆਂ ਹੋਈਆਂ ਨੇ, ਪਲੱਸ ਜਿਹੜੇ ਟੀਚਰ ਹੈ ਜਿਨ੍ਹਾਂ ਨੇ ਤੁਹਾਡੇ ਭਵਿੱਖ ਵਿੱਚ ਬੱਚਿਆਂ ਨੂੰ ਬਚਾਉਣਾ ਹੈ। ਮੈਨੂੰ ਇੱਕ ਬੜੀ ਅਜੀਬ ਜੀ ਗੱਲ ਲੱਗਦੀ ਹੈ ਕਿ ਜਦੋਂ ਸਾਡੇ ਮੁੱਖ ਮੰਤਰੀ ਸਾਹਿਬ ਦੀ ਐਡ ਆਉਂਦੀ ਆ TV ਦੇ ਉੱਤੇ ਕਿ ਪੰਜਾਬ ਸੂਬਾ ਜਿਹੜਾ ਉਹ ਪੂਰੇ ਦੇਸ਼ ਵਿੱਚ ਐਜੂਕੇਸ਼ਨ ਦੇ ਵਿੱਚ ਨੰਬਰ 1 ਬਣ ਗਿਆ ਹੋਇਆ, ਔਰ ਇਹ ਕਿਤੇ ਨਹੀਂ ਦੱਸਿਆ ਜਾਂਦਾ ਉਹਦੇ ਵਿੱਚ। ਉਹ ਤਾਂ ਰੁੱਖਾਂ ਦੇ ਬਾਰੇ 'ਚ ਵੀ ਬਣ ਗਿਆ ਕਿ ਇਨਫਰਾਸਟ੍ਰਕਚਰ ਦੇ ਮਾਮਲੇ 'ਚ ਬਣਿਆ, ਜਿਹੜਾ ਤੁਸੀਂ ਰੰਗ ਕਰਤਾ ਲੈ ਕੇ ਦੁਕਾਨਾਂ ਤੋਂ ਤੇ ਡੋਨੇਸ਼ਨ ਲੈ ਕੇ ਤੇ ਟੀਚਰਾਂ ਨੇ ਆਪਣੀਆਂ ਜੇਬਾਂ 'ਚੋਂ ਪਾਇਆ। ਅੱਜ ਖਬਰ ਆ ਰਹੀ, ਪਤਾ ਲੱਗਿਆ ਕਿ ਇੱਕ ਫਾਜ਼ਿਲਕਾ ਦੇ ਵਿੱਚ ਪਹਿਲਾ ਪ੍ਰਾਇਮਰੀ ਸਕੂਲ ਹੈ ਜੀ ਜਿਹੜਾ ਫੁੱਲੀ AC ਬਣ ਗਿਆ ਹੋਇਆ। ਸਰਕਾਰ ਨੂੰ ਬੰਦਾ ਪੁੱਛੇ ਕਿ ਤੁਸੀਂ ਇੱਕ ਸਕੂਲ AC ਬਣਾ ਕੇ ਤੇ ਕੀ ਕਹਿਣਾ ਚਾਹੁੰਦੇ ਹੋ? ਬਾਕੀ AC ਬਣ ਜਾਣਗੇ ਉਹਦੇ ਨਾਲ। ਔਰ ਸਾਡਾ ਐਜੂਕੇਸ਼ਨ ਦਾ ਲੈਵਲ ਹੈ ਉਹ ਜਿਹੜਾ ਬਾਕੀ ਸਾਡੇ ਸਾਰੇ ਸੂਬਿਆਂ ਨਾਲੋਂ ਥੱਲੇ ਆ ਇਸ ਵਕਤ, ਔਰ ਖਾਸ ਤੌਰ ਤੇ ਕੋਵਿਡ ਦੇ ਦੌਰਾਨ ਤਾਂ ਜਿੰਨੀ ਮਾੜੀ ਸਥਿਤੀ ਹੋਈ ਹੈ। ਥੱਲੇ ਲਿਖਿਆ ਨਵਾਂ ਨਰੂਆ ਪੰਜਾਬ, ਨਵਾਂ ਨਰੂਆ ਪੰਜਾਬ ਹੈ। ਤੁਸੀਂ ਘੱਟੋ ਘੱਟ ਪਟਿਆਲਾ ਪੁਲਿਸ ਜਿਹੜੀ ਆ ਉਹਦੇ ਤੱਕ ਹੀ ਇਹ ਗੱਲ ਪਹੁੰਚੇ ਉੜੈਤ ਸਾਹਿਬ, ਬਈ ਰੱਬ ਦੇ ਵਾਸਤੇ ਉਹਨਾਂ ਨੂੰ ਤੁਸੀਂ ਨਾ ਬੱਚਿਆਂ ਨੂੰ ਇੰਨਾ ਬੁਰੇ ਤਰੀਕੇ ਦੇ ਨਾਲ ਕੁੱਟੋ। ਤੁਹਾਡੇ ਹੀ ਹੋ ਸਕਦਾ ਬੱਚੇ ਹੁਣ ਤੁਹਾਡੇ ਘਰਾਂ ਦੇ ਵਿੱਚੋਂ ਨੇ, ਜਾਂ ਸਰਕਾਰ ਇਹ ਸਪਸ਼ਟ ਕਰੇ ਕਿ ਸਰਕਾਰ ਦੀਆਂ ਹਦਾਇਤਾਂ ਨੇ ਵੀ ਮਾਰੋ ਇਹਨਾਂ ਨੂੰ, ਠੀਕ ਹੈ ਨਾ, ਜਿਹਦਾ ਤਾਂ ਕਲੀਅਰ ਕਰ ਦੇਣੋ। ਔਰ ਪੁਲਿਸ ਨੂੰ ਇਸ ਵਕਤ ਸੋਚਣਾ ਚਾਹੀਦਾ ਹੈ ਪੰਨੂ ਸਾਹਿਬ, ਬੜੀ ਸੀਰੀਅਸ ਮਾਮਲਾ ਹੈ ਕਿ ਤੁਸੀਂ ਉਹਨਾਂ ਦੇ ਨਾਲ ਉਸ ਢੰਗ ਨਾਲ ਬਿਹੇਵ ਕਰੋ ਜਿਵੇਂ ਤੁਸੀਂ ਆਪਣੇ ਬੱਚਿਆਂ ਨਾਲ ਘਰੇ ਕਰਦੇ ਹੋ। ਤੁਸੀਂ ਪੁਲਿਸ ਵਾਲੇ ਹੋ, ਘਰੇ ਆਪਣੇ ਬੱਚਿਆਂ ਨਾਲ ਇਸ ਤਰ੍ਹਾਂ ਬਿਹੇਵ ਕਰਦੇ ਹੋ, ਉਹ ਵੀ ਤੁਹਾਡੇ ਬੱਚੇ ਨੇ, ਉਹ ਤੁਹਾਡੇ ਤੋਂ ਛੋਟੇ ਹੀ ਹੋਣਗੇ ਸਾਰੇ। ਕਈ ਤਾਂ ਪੰਨੂ ਸਾਹਿਬ ਉਹ ਕਹਿੰਦੇ ਜੀ ਅਸੀਂ 15 ਸਾਲਾਂ ਦੇ ਉੱਤੋਂ 8-8 ਰੁਪਏ ਤੇ ਨੌਕਰੀ ਕਰਦੇ ਪਏ ਆ। ਕੀ ਅੱਜ 8,000 ਰੁਪਏ ਨਾਲ ਗੁਜ਼ਾਰਾ ਹੋ ਸਕਦਾ ਅੱਜ ਦੇ ਜ਼ਮਾਨੇ ਦੇ ਵਿੱਚ, ਜਦੋਂ ਤੁਸੀਂ 10.5 ਰੁਪਏ ਬਿਜਲੀ ਦਾ ਪਰ ਯੂਨਿਟ ਦੇ ਰਹੇ ਹੋ? 102 ਰੁਪਏ ਪੈਟਰੋਲ ਹੋ ਗਿਆ ਹੋਇਆ, ਸਰੋਂ ਦਾ ਤੇਲ ਤੁਹਾਡਾ 200 ਰੁਪਏ ਤੋਂ ਉੱਪਰ ਲੰਘ ਚੁੱਕਿਆ ਹੋਇਆ, ਖੰਡ ਤੁਹਾਡੀ, ਗੁੜ, ਸਾਰੀਆਂ ਚੀਜ਼ਾਂ ਗਰੀਬ ਆਦਮੀ ਨੇ ਜਿਹੜੀਆਂ ਲੈਣੀਆਂ ਨੇ ਉਹ ਤਾਂ ਤੁਸੀਂ ਸਿਰੇ ਲਗਾ ਦਿੱਤੀਆਂ ਹੋਈਆਂ ਨੇ। ਖੈਰ ਇਹ ਚਿੰਤਾ ਦਾ ਵਿਸ਼ਾ ਔਰ ਸੋਚਣ ਵਾਲਾ ਵਿਸ਼ਾ ਕਿ ਜਿਹੜੀ ਇਹ ਗੱਲ ਸਮਾਜ ਦੇ ਵਿੱਚ ਤੁਰਨੀ ਚਾਹੀਦੀ ਹੈ। ਔਰ ਜੇ ਇਸ ਵਕਤ ਕੋਈ ਪੁਲਿਸ ਵਾਲਾ ਸਾਡੀ ਸੁਣਦਾ ਹੋਵੇ ਪ੍ਰੋਗਰਾਮ ਤਾਂ ਘੱਟੋ ਘੱਟ ਉਹਨੂੰ ਆਪਣੇ ਨਾਲ ਦੇ ਸਾਥੀਆਂ ਨੂੰ ਕਹਿਣਾ ਚਾਹੀਦਾ ਕਿ ਭਾਈ ਭੈਣਾਂ ਭਰਾਵਾਂ ਵਾਂਗੂ ਡੀਲ ਕਰੋ ਉਹਨਾਂ ਨੂੰ।
ਮੈਂ ਕੋਸ਼ਿਸ਼ ਕਰੂੰਗਾ ਜੀ, ਮੈਂ ਐਸਐਸਪੀ ਸਾਹਿਬ ਨੂੰ ਵੀਡੀਓ ਭੇਜ ਦਿੱਤੀ ਜਾਵੇ ਕਿ ਭਾਈ ਤੁਸੀਂ ਘੱਟੋ ਘੱਟ ਜੇ ਬਹੁਤਾ ਨਹੀਂ ਤੇ ਪਟਿਆਲੇ ਦਾ ਇੱਕ ਮਾਡਲ ਦਿਓ ਕਿ ਐਜੀਟੇਟਰਸ ਦੇ ਨਾਲ ਅਸੀਂ ਸ਼ਾਂਤੀ ਨਾਲ ਵੀ ਡੀਲ ਕਰ ਸਕਦੇ ਹਾਂ। ਹੁਣ ਆਪਾਂ ਗੱਲ ਆਉਂਦੇ ਆ ਕਿ ਜੋ ਬੇਅਦਬੀ ਦੇ ਮੁੱਦਾ, ਇਹ ਬਹੁਤ ਵੱਡਾ ਮੁੱਦਾ ਹੈ। ਇਸ ਨੂੰ ਸਾਰੀਆਂ ਪਾਰਟੀਆਂ ਕੋਸ਼ਿਸ਼ ਕਰ ਰਹੀਆਂ ਕਿ ਇਹ ਮਗਦਾ ਰਵੇ, ਇਹਦੇ ਵਿੱਚ ਕੁਝ ਨਾ ਕੁਝ ਸੁੱਟਿਆ ਜਾਵੇ ਤੇ ਇਹ ਬਸ ਖਿੱਚ ਧੂ ਕੇ 22 ਤੱਕ ਚਲਿਆ ਜਾਵੇ, ਤਾਂ ਕਿ ਫਿਰ ਉਦੋਂ ਅਸੀਂ ਝੰਡੇ ਲਾ ਕੇ, ਨਾਅਰੇ ਲਾ ਕੇ ਤੇ ਅਸੀਂ ਵੋਟਾਂ ਲੈ ਸਕੀਏ। ਤੇ ਇਹਦੇ ਉੱਤੇ ਵਾਇਆ ਮੀਡੀਆ, ਜਿਵੇਂ ਕਹਿੰਦੇ ਵਾਇਆ ਬਠਿੰਡਾ ਐਵੇਂ ਕੀਤੀ ਹੈ ਜੀ ਇਹਨਾਂ ਨੇ, ਅਕਾਲੀ ਦਲ ਵਾਇਆ ਅਕਾਲ ਤਖਤ ਤੇ ਵਾਇਆ ਸ਼੍ਰੋਮਣੀ ਕਮੇਟੀ ਵੀ ਇੱਕ ਜਿਹੜਾ ਨਾ ਉਹ ਢੰਗ ਨਾਲ ਮਾਰਕੀਟ ਦੇ ਵਿੱਚ ਆ ਰਿਹਾ। ਜਿਵੇਂ ਬੀਬੀ ਜਗੀਰ ਕੌਰ ਹੋਣਾ ਨੇ ਵੀ ਸਵਾਲ ਉਠਾਇਆ, ਜਿਹੜੀ ਬਰਗਾੜੀ ਵਾਲੀ, ਇਸੇ ਤਰ੍ਹਾਂ ਜਥੇਦਾਰ ਅਕਾਲ ਤਖਤ ਹੋਣਾ ਨੇ ਵੀ ਕਿਹਾ ਕਿ ਉਹਦੇ ਵਿੱਚੋਂ ਬਾਬਾ ਰਾਮ ਰਹੀਮ ਦਾ ਨਾਮ ਹੀ ਕੱਢ ਦਿੱਤਾ। ਤੁਸੀਂ ਹਾਲਾਂਕਿ ਉਹਦੇ ਬਾਰੇ ਸਪਸ਼ਟ ਆ ਗਿਆ, ਉਹਨਾਂ ਨੇ ਕਹਿ ਦਿੱਤਾ ਕਿ ਉਹਦਾ ਨਾਮ ਨਹੀਂ ਅਸੀਂ ਕੱਢਿਆ। ਇਹਨਾਂ ਕੋਲੇ ਜਿਹੜੇ ਫੈਕਟ ਆਉਂਦੇ ਆ ਉਹ ਕਿੱਥੋਂ ਆਉਂਦੇ ਇਹਨਾਂ ਕੋਲੇ, ਔਰ ਕੀ ਇਹੀ ਹੈ ਨਾ ਗੱਲ ਕਿ ਮਗਦਾ ਰੱਖਿਆ ਜਾਵੇ ਸਭ? ਹਾਂ, ਧੂੰਆਂ ਨਿਕਲਦਾ ਰਹੇ। ਐਕਚੁਅਲੀ ਵੜੈਚ ਸਾਹਿਬ, ਜਿਹੜੇ ਗਿਆਨੀ ਹਰਪ੍ਰੀਤ ਸਿੰਘ PhD ਤੇ ਜਿਹੜੇ ਜਥੇਦਾਰ ਨੇ ਤੇ ਜਗੀਰ ਕੌਰ ਹੋਰਾਂ ਦਾ ਜਿਹੜਾ ਬਿਆਨ ਹੈ, ਐਕਚੁਅਲੀ ਉਹ ਜਿਹੜਾ ਅਕਾਲੀ ਦਲ ਬਾਦਲ ਹੈ ਉਹਦੇ, ਕਿਉਂਕਿ ਪੈਰਾਂ ਹੇਠੋਂ ਜ਼ਮੀਨ ਜਿਹੜੀ ਉਹ ਨਿਕਲੀ ਹੋਈ ਹੈ, ਸਿਆਸੀ ਜ਼ਮੀਨ ਜਿਹੜੀ ਅੱਜ ਵੀ ਨਿਕਲੀ ਹੋਈ ਹੈ, ਭਾਜਪਾ ਨਾਲੋਂ ਉਹਦਾ ਤੋੜ ਵਿਛੋੜਾ ਹੋ ਗਿਆ। ਉਹ ਕਿਸੇ ਪੰਥਕ ਮੁੱਦੇ ਦੀ ਭਾਲ ਦੇ ਵਿੱਚ, ਤੁਸੀਂ ਦੇਖੋ, ਹਰ ਕੋਸ਼ਿਸ਼ ਕਰ ਰਿਹਾ। ਇੱਕ ਪਾਸੇ ਤਾਂ ਉਹ ਦਲਿਤ ਭਾਈਚਾਰੇ ਵਾਲਾ ਪੱਤਾ, ਦੂਜੇ ਪਾਸੇ ਉਹ ਹਿੰਦੂ ਭਾਈਚਾਰੇ ਵਾਲਾ ਪੱਤਾ, ਦੂਜੇ ਪਾਸੇ ਇਹ ਪੰਥਕ ਜਿਹੜਾ ਉਹ ਮੁੱਦਾ, ਠੀਕ ਹੈ ਨਾ ਜੀ, ਸਾਰੇ ਉਹ ਲਿਆ ਰਹੇ ਨੇ। ਹੁਣ ਇਹ ਵੀ ਹਰਪ੍ਰੀਤ ਸਿੰਘ ਹੁਰੀ ਵੀ ਅਕਾਲੀ ਦਲ ਦਾ ਕੰਮ ਕਰ ਰਿਹਾ, ਜਗੀਰ ਕੌਰ ਹੁਰੀ ਤਾਂ ਹੈ ਹੀ ਉਹਨਾਂ ਦੀ ਕੋਰ ਕਮੇਟੀ ਦੇ ਮੈਂਬਰ, ਠੀਕ ਹੈ ਨਾ ਜੀ। ਅੱਛਾ, ਹੁਣ ਸਵਾਲ ਇਹਦੇ ਵਿੱਚ ਜਿਹੜਾ ਵੱਡਾ ਉੱਠਦਾ ਕਿ ਅੱਜ ਤੁਹਾਨੂੰ ਬੇਅਦਬੀ ਇਹ ਕਿੱਥੋਂ ਚੇਤੇ ਆ ਗਈ? ਜਗੀਰ ਕੌਰ ਹੋਰਾਂ ਦੇ ਕੋਲੇ ਰਿਕਾਰਡ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹ ਇਹ ਦੱਸ ਦੇਣ ਕਿ ਜਦੋਂ ਬੇਅਦਬੀ ਹੋਈਆਂ ਨੇ, ਉਦੋਂ ਬਾਅਦ ਜਦੋਂ ਹੁਕਮਨਾਮਾ ਜਾਰੀ ਕੀਤਾ ਗਿਆ ਸੀਗਾ, ਜਿਹੜੇ 90 ਲੱਖ ਤੋਂ ਉੱਪਰ ਦੇ ਇਸ਼ਤਿਹਾਰ ਦਿੱਤੇ ਗਏ ਸੀ, ਉਹ ਕਿਹਨੂੰ ਦਿੱਤੇ ਸੀ, ਕਿਉਂ ਦਿੱਤੇ ਸੀ, ਕਿਹਦੇ ਕਹਿਣ ਦੇ ਦਿੱਤੇ ਸੀ, ਠੀਕ ਹੈ ਜੀ। ਜਥੇਦਾਰ ਸਾਹਿਬ ਦੇ ਕੋਲੇ ਰਿਕਾਰਡ ਹੈ, ਇੱਕ ਚਿੱਠੀ ਗਿਆਨੀ ਗੁਰਮੁਖ ਸਿੰਘ ਹੋਰਾਂ ਦੇ ਦੱਸਣ ਦੇ ਮੁਤਾਬਕ ਚੰਡੀਗੜ੍ਹ ਦੀ ਕੋਠੀ ਦੇ ਵਿੱਚ, ਸੁਖਬੀਰ ਸਿੰਘ ਬਾਦਲ ਹੋਰਾਂ ਦੀ ਕੋਠੀ 'ਚ ਸਾਰੇ ਜਥੇਦਾਰ ਸੱਦ ਕੇ ਉਹ ਸਲਿੱਪ ਦਿੱਤੀ ਜਾਂਦੀ ਆ। ਉਹ ਸਲਿੱਪ ਦਾ ਰਾਹ ਦੇ ਵਿੱਚ ਜਿਹੜਾ ਠਹਿਰਾਓ ਹੁੰਦਾ ਜਲੰਧਰ ਤੱਕ ਜਾਂਦਿਆਂ ਉਹ ਹਿੰਦੀ ਦੇ ਵਿੱਚ ਆ ਤੇ ਜਲੰਧਰ ਤੋਂ ਪੰਜਾਬੀ 'ਚ ਹੋ ਜਾਂਦੀ ਹੈ। ਇਹ ਜਥੇਦਾਰ ਸਾਹਿਬ ਕੋਲੇ ਉਹ ਰਿਕਾਰਡ ਪਿਆ, ਜਾਂ ਉਹ ਦੱਸ ਦੇਣ ਕਿ ਗੁਰਬਚਨ ਸਿੰਘ ਹੋਰੀ ਨਾਲ ਲੈ ਗਏ ਦੋਨੋਂ ਚਿੱਠੀਆਂ ਜੀ, ਜਾਂ ਤਾਂ ਉਹ ਦੱਸ ਦੇਣ ਵੀ ਉਹ ਕਿੱਥੇ ਆ। ਜੇ ਉਹ ਅਕਾਲ ਤਖਤ ਤੇ ਪਈਆਂ ਨੇ ਤਾਂ ਉਹ ਦੱਸਿਆ ਜਾਵੇ ਵੀ ਇਹ ਮਾਫੀ ਕਿਹਨੇ ਮੰਗੀ ਸੀ, ਬਿਨਾਂ ਮੰਗੇ ਤੋਂ ਮਾਫੀ ਕਿਉਂ ਦਿੱਤੀ ਗਈ। ਇਹ ਜਿਹੜੀਆਂ ਦੋ ਚੀਜ਼ਾਂ ਨੇ, ਮਾਫੀ ਦੇਣੀ, ਉਸ ਤੋਂ ਬਾਅਦ ਉਹਨੂੰ ਜਸਟੀਫਾਈ ਕਰਨ ਦੇ ਵਾਸਤੇ ਇਸ਼ਤਿਹਾਰ ਦੇਣੇ, ਫਿਰ ਮਾਫੀ ਵਾਪਸ ਲੈਣੀ, ਇਹ ਬੇਅਦਬੀ ਦੀਆਂ ਘਟਨਾਵਾਂ ਦੇ ਨਾਲ ਡਾਇਰੈਕਟ ਜੁੜੇ ਹੋਏ ਸਵਾਲ ਨੇ। ਟੋਟਲੀ ਡਾਇਰੈਕਟ, ਬਿਲਕੁਲ ਇਨਡਾਇਰੈਕਟ ਵੀ ਨਹੀਂ, ਸਿੱਧੇ ਜੁੜੇ ਹੋਏ ਨੇ। ਉਹ ਘਟਨਾਵਾਂ ਕਿਉਂ ਵਾਪਰੀਆਂ, ਬਿਨਾਂ ਕਿਸੇ ਸ਼ੱਕ ਦੇ ਸਰਸੇ ਵਾਲੇ ਤੋਂ ਪੁੱਛਗਿੱਛ ਹੋਣੀ ਚਾਹੀਦੀ ਸੀ, ਹੁਣ ਤੱਕ ਕਿਉਂ ਨਹੀਂ ਹੋਈ? ਇਹ ਇੱਕ ਸਵਾਲ ਹੈ, ਬਹੁਤ ਵੱਡਾ ਸਵਾਲ ਹੈ। ਉਹ ਤੁਹਾਨੂੰ ਯਾਦ ਹੋਵੇ ਤਾਂ ਫਰੀਦਕੋਟ ਦੀ ਅਦਾਲਤ ਤੋਂ ਪਰਮਿਸ਼ਨ ਲੈ ਕੇ ਇੱਕ ਵਾਰੀ ਜਿਹੜੀ ਪਿਛਲੀ ਸਿੱਟ ਸੀ ਉਹ ਗਈ ਸੀ ਡੇਰੇ ਦੇ ਵਿੱਚ, ਉੱਥੇ ਨਹੀਂ ਜੀ, ਸੁਨਾਰੀਆ ਜੇਲ੍ਹ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਅੰਦਰ ਨਹੀਂ ਸੀ ਜਾਣ ਦਿੱਤਾ, ਤੇ ਉਹਨਾਂ ਨੇ ਆ ਕੇ ਕੰਟੈਂਪਟ ਆਫ ਕੋਰਟ ਕਿਉਂ ਨਹੀਂ ਪਾਈ? ਕੰਟੈਂਪਟ ਆਫ ਕੋਰਟ ਪਾ ਕੇ ਅਗਲਾ ਆਰਡਰ ਲੈਂਦੇ, ਜਾਂ ਉਦੋਂ ਬਾਅਦ ਅਜੇ ਤੱਕ ਸਿੱਟ ਨੇ ਉਹਦੇ ਕੋਲੋਂ ਜਾ ਕੇ ਪੁੱਛਗਿੱਛ ਕਿਉਂ ਨਹੀਂ ਕੀਤੀ? ਸਵਾਲ ਜਿਹੜਾ ਵਾਜਬ ਹੈ, ਸਵਾਲ ਸਹੀ ਹੈ। ਉਹਦਾ ਨਾਮ, ਹਾਲਾਂਕਿ ਪਰਮਾਰ ਸਾਹਿਬ ਜਿਵੇਂ ਤੁਸੀਂ ਕਿਹਾ ਜਿਹੜੇ ਸਿੱਟ ਦੇ ਚੀਫ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਜੇ ਤਾਂ ਇੱਕ ਚਲਾਨ ਪੇਸ਼ ਕੀਤਾ, ਇਸ ਕਰਕੇ ਕਿ ਜਿਹੜੇ 6 ਡੇਰਾ ਪ੍ਰੇਮੀ ਫੜੇ ਆ ਉਹ 60 ਦਿਨ ਜੇ ਉਹਨਾਂ ਦੇ ਖਿਲਾਫ ਚਲਾਨ ਪੇਸ਼ ਨਾ ਹੋਇਆ ਤੇ ਟੈਕਨੀਕਲੀ ਉਹ ਜ਼ਮਾਨਤ ਨਾ ਲੈ ਜਾਣ। ਇਹਦੇ ਵਿੱਚੋਂ ਦੋ ਸਵਾਲ ਜਿਹੜੇ ਉਹ ਨਿਕਲਦੇ ਆ। ਇੱਕ ਗੱਲ ਤਾਂ ਪਰਮਾਰ ਸਾਹਿਬ ਦੀ ਬਿਲਕੁਲ ਠੀਕ ਆ, ਉਹ ਕਹਿੰਦੇ ਅਸੀਂ ਸਪਲੀਮੈਂਟਰੀ ਦੁਬਾਰਾ ਪੇਸ਼ ਕਰ ਸਕਦੇ ਹਾਂ, ਇਹ ਗੱਲ ਉਹਨਾਂ ਦੀ ਠੀਕ ਹੈ। 60 ਦਿਨਾਂ ਤੋਂ ਬਾਅਦ ਉਹਨਾਂ ਨੇ ਲੈ ਜਾਣੀ। ਕੀ 60 ਦਿਨ ਸਿੱਟ ਨੂੰ ਥੋੜੇ ਆ? ਬਹੁਤ ਨੇ, 60 ਦਿਨ ਤਾਂ ਬਹੁਤ ਨੇ, ਠੀਕ ਹੈ ਨਾ ਜੀ। ਕੁਝ ਦਾ ਕੁਝ ਹੋ ਸਕਦਾ, ਕੁਝ ਵੀ ਹੋ ਸਕਦਾ। ਇਹਦਾ ਮਤਲਬ ਤੁਸੀਂ ਅਜੇ 60 ਦਿਨਾਂ ਚੋਂ ਨਿਬੇੜਨਾ ਨਹੀਂ ਚਾਹੁੰਦੇ। ਕਿੰਨੇ 60 ਦਿਨ ਹੋਰ ਚਾਹੀਦੇ ਆ, ਇਹ ਵੀ ਦੱਸ ਦਿਓ ਲੋਕਾਂ ਨੂੰ। ਸਪਸ਼ਟ ਹੈ ਨਾ, ਇਸ ਮਾਮਲੇ ਨੂੰ ਖਿੱਚਣਾ ਚਾਹੁੰਦੇ ਆ ਤੁਸੀਂ, ਜਿਹੜੀ ਗੱਲ ਕਹੀ ਜਾਣਗੀਆਂ ਵੀ ਇਹ 22 ਤੱਕ ਕਿਸੇ ਢੰਗ ਨਾਲ ਦਸੰਬਰ ਤੱਕ ਲੈ ਜਾਓ, ਦਸੰਬਰ ਦੇ ਐਂਡ 'ਚ ਜਾ ਕੇ ਕੋਡ ਆਫ ਕੰਡਕਟ ਲੱਗ ਜਾਣਾ। ਉਸ ਤੋਂ ਬਾਅਦ ਫਿਰ ਸਰਕਾਰ ਨੇ ਬਹੁਤ ਸਾਰੇ ਮਸਲਿਆਂ ਦੇ ਉੱਤੇ ਤਾਂ ਹੱਥ ਹੀ ਖੜੇ ਕਰ ਦੇਣੇ ਆ ਨਾ। ਹੱਥ ਤਾਂ ਪਹਿਲਾਂ ਵੀ ਖੜੇ ਆ। ਅੱਛਾ, ਹੁਣ ਜਿਵੇਂ ਪੰਨੂ ਸਾਹਿਬ ਸਰਕਾਰ ਨੇ ਸ਼ੁਰੂ ਕੀਤਾ ਜੀ, ਪੁਲਿਸ ਵਿੱਚ ਭਰਤੀਆਂ ਹੋਣਗੀਆਂ, ਡਾਕਟਰਾਂ ਦੀਆਂ ਭਰਤੀਆਂ ਹੋਣਗੀਆਂ, ਟੀਚਰਾਂ ਦੀਆਂ ਭਰਤੀਆਂ ਹੋਣਗੀਆਂ, ਬਿਜਲੀ ਬੋਰਡ ਜਾਣੀਆਂ। ਇਹ ਕੋਈ ਭਰਤੀ ਸਿਰੇ ਨਹੀਂ ਚੜ੍ਹਨੀ, ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ 4.5 ਸਾਲ ਤੱਕ ਜੇ ਸਰਕਾਰ ਨੇ ਨਹੀਂ ਕੀਤੀ ਤੇ ਬਦਨੀਤੀ ਲੱਗਦੀ ਆ ਕਿ ਸਰਕਾਰ ਕਰਨਾ ਹੀ ਨਹੀਂ ਸੀ ਚਾਹੁੰਦੀ। ਦੂਸਰਾ ਇਹ ਕਿ ਇਸ ਮੁੱਦੇ ਨੂੰ ਨੇੜੇ ਆ ਕੇ ਭਖਾਓ, ਲੋਕਾਂ ਨੂੰ ਇਸ ਲਾਲਚ ਵਿੱਚ ਰੱਖੋ
ਕਿ ਤੁਹਾਨੂੰ ਅਸੀਂ ਬਸ ਦੇਣਾ ਉਹ ਤੁਸੀਂ ਇੱਕ ਗੱਲ ਸੁਣਾਉਣੇ ਹੁੰਦੇ ਹੋ ਸ਼ਰੀਕਾਂ ਵਾਲੀ ਕਿ ਉਹ ਵਿਆਹ ਦੇ ਉਹ ਜਰਾ ਸੁਣਾਈ ਦਿਓ ਫਿਰ ਆਪਾਂ ਕੀ ਗੱਲ ਕਰਦੇ ਹਾਂ। ਹਾਂ ਉਹ ਇਹ ਕਹਿੰਦੇ ਵੀ ਜਿਹੜਾ ਰਿਸ਼ਤਾ ਕਰਾਉਣ ਦੇ ਚੱਕਰ ਦੇ ਵਿੱਚ ਜਿਹੜੇ ਸ਼ਰੀਕ ਹੈ ਨਾ ਉਹ 6 ਮਹੀਨੇ ਡੰਗਰਾਂ ਨੂੰ ਪੱਠੇ ਪਵਾਈ ਜਾਂਦੇ ਹੁੰਦੇ ਆ ਆਪਣੇ ਕਿਸੇ ਸ਼ਰੀਕ ਵਾਲੇ ਤੋਂ ਤੇ ਮੁੜ ਕੇ ਫਿਰ ਉਹ ਕਹਿੰਦੇ ਨਹੀਂ ਉਹ ਮੰਨਦੇ ਨਹੀਂ, ਕੁੜੀ ਵਾਲੇ ਨਹੀਂ ਮੰਨਦੇ, ਜਾਂ ਇਹ ਕਹਿੰਦੇ ਕੁੜੀ ਦਾ ਕੱਦ ਛੋਟਾ, ਜਾਂ ਮੁੰਡੇ ਨੂੰ ਕਹਿਣਗੇ ਵੀ ਤੇਰਾ ਕੱਦ ਜਿਹੜਾ ਛੋਟਾ, ਰੰਗ ਕਾਲਾ ਜੀ ਇਹਦਾ, ਇਹਦੇ ਦੰਦ ਉੱਚੇ ਆ। ਹਾਂ ਉਹ ਕੋਈ ਨਾ ਕੋਈ ਜਿਹੜਾ ਬਹਾਨਾ ਜਿਹੜਾ ਉਹ ਲਾਉਂਦੇ, ਇਹ ਪੱਠੇ ਪਵਾ ਰਹੇ ਆ। ਸੋ ਇਹਨਾਂ ਨੇ ਪਿਛਲੇ 4.5 ਮਹੀਨੇ ਪੱਠੇ ਪਵਾਏ ਲੋਕਾਂ ਤੋਂ, 4.5 ਸਾਲ, ਤੇ ਹੁਣ ਜਿਹੜਾ ਪ੍ਰੋਸੈਸ ਸ਼ੁਰੂ ਕੀਤਾ ਇਹਨਾਂ ਨੇ, ਇਸ ਪ੍ਰੋਸੈਸ ਦੇ ਵਿੱਚ ਪਹਿਲੀ ਗੱਲ ਨਹੀਂ ਚੈਲੰਜ ਕਰ ਦੇਣਾ, ਦੇਖੋ ਤੁਸੀਂ ਨਹੀਂ ਆਪ ਨਹੀਂ ਕਰਨਾ, ਤੁਹਾਡੇ ਵਰਗੇ ਤੋਂ ਕਹਿਣਗੇ, ਮੈਨੂੰ ਕਹਿ ਦਿੰਦੇ ਨੇ ਆਪਣੇ ਹੀ ਬੰਦੇ ਜਿਹੜੇ ਹੋਣਗੇ ਉਹਨਾਂ ਤੋਂ ਚੈਲੰਜ ਕਰਾ ਦੇਣਾ। ਔਰ ਕੋਰਟ ਦਾ ਤੁਹਾਨੂੰ ਪਤਾ ਹੀ ਹੈ, ਫਿਰ ਕੋਰਟਾਂ 'ਚ 6-6 ਮਹੀਨੇ 4-4 ਮਹੀਨੇ ਪੈ ਕੇ ਉਹ ਸਿਰੇ ਲੱਗ ਜਾਣੀ ਗੱਲ। ਜਦੋਂ ਕੋਡ ਆਫ ਕੰਡਕਟ ਲੱਗ ਗਿਆ ਫਿਰ ਗੱਲ ਵੈਸੇ ਹੀ ਖਤਮ ਹੋ ਜਾਣੀ ਹੈ। ਸੋ ਇਹਨਾਂ ਨੇ ਕਿਸੇ ਨੂੰ ਇਹ ਨਹੀਂ ਦੇਣੀ। ਜੇ ਮੰਨ ਲਓ ਹੋ ਵੀ ਗਈ ਸਿਲੈਕਸ਼ਨ ਹੋ ਵੀ ਗਈ ਤੇ ਜੁਆਇਨਿੰਗ ਤੋਂ ਪਹਿਲਾਂ ਸਟੇ ਹੋ ਜਾਏਗੀ, ਕਿਉਂਕਿ ਜਿਸ ਹਿਸਾਬ ਨਾਲ ਟੀਚਰਾਂ ਦਾ ਇਹਨਾਂ ਨੇ ਕੀਤਾ ਟੈਟ ਪਾਸ ਵਾਲਿਆਂ ਦੇ ਉੱਤੇ BEd ਵਾਲੇ ਲਿਆ ਕੇ ਖੜੇ ਕਰ ਦਿੱਤੇ। ਜਦੋਂ ਤੁਸੀਂ ਟੈਟ ਪਾਸ ਵਾਲੇ ਰੱਖੋਗੇ ਤਾਂ BEd ਵਾਲੇ ਚਲੇ ਜਾਣਗੇ ਕੋਰਟ 'ਚ, ਜੇ BEd ਵਾਲੇ ਰੱਖੋਗੇ ਤਾਂ ਉਹ ਚਲੇ ਜਾਣਗੇ। ਸੋ ਇਹ ਸਥਿਤੀਆਂ ਖੁਦ ਜਾਣ ਬੁੱਝ ਕੇ ਉਲਝਾ। ਸਿੱਖਿਆ ਮੰਤਰੀ ਜਿਹੜੇ ਟੈਟ ਪਾਸ ETT ਟੈਟ ਪਾਸ ਵਾਲੇ ਆ, ਉਹਨਾਂ ਦੇ ਮੈਨੂੰ ਬੰਦੇ ਨੇ ਦੱਸੀ, ਕਹਿੰਦੇ ਸਿੱਖਿਆ ਮੰਤਰੀ ਕਹਿੰਦੇ ਅਸੀਂ ਤਾਂ ਸਿਰ ਗਿਣਨੇ ਆ। ਹਾਂ, ਜੇ ਸਿਰ ਤੁਹਾਡੇ ਵਾਲੇ ਪਾਸੇ ਜ਼ਿਆਦਾ ਹੈ ਤੁਹਾਡੀ ਸੁਣੀ ਜਾਊਗੀ, ਜੇ ਸਿਰ ਦੂਜੇ ਪਾਸੇ ਜ਼ਿਆਦਾ ਹੋ ਗਏ ਫਿਰ ਬਈ ਉਹਨਾਂ ਦੀ ਸੁਣੀ ਜਾਊਗੀ। ਪੰਨੂ ਸਾਹਿਬ ਵੈਸੇ SGPC ਕਿਹਦੀ ਹੈ, ਕਿਹਦੇ ਵਾਸਤੇ ਬਣੀ ਹੋਈ ਹੈ? ਸਾਰੇ ਸਿੱਖਾਂ ਵਾਸਤੇ ਬਣੀ ਹੈ ਨਾ। ਤੇ ਇਸੇ ਤਰ੍ਹਾਂ ਜਿਹੜਾ ਅਕਾਲ ਤਖਤ ਹੈ ਉਹ ਵੀ ਇੱਕ ਪੂਰੇ ਪੰਥ ਦੀ ਪ੍ਰਤੀਨਿਧਤਾ ਕਰਦਾ, ਲੇਕਿਨ ਉਹਦੇ ਉੱਤੇ ਇਸ ਕਿਸਮ ਦੇ ਇਲਜ਼ਾਮ ਲੱਗਣੇ ਜਾਂ ਇਸ ਕਿਸਮ ਦਾ ਇੰਪ੍ਰੈਸ਼ਨ ਪਾਉਣਾ ਕਿ ਸਿਰਫ ਤੇ ਸਿਰਫ ਹੁਣ ਤੱਕ ਸਿਰਫ ਅਕਾਲੀ ਦਲ ਲਈ ਕੰਮ ਕਰਦੇ ਆ ਦੋਨੋਂ ਸੰਸਥਾਵਾਂ। ਇਹ ਉਹਨਾਂ ਸੰਸਥਾਵਾਂ ਦੇ ਉੱਤੇ ਜਿਹੜੇ ਜ਼ਿੰਮੇਵਾਰ ਬੈਠੇ ਹੋਏ ਆ ਲੋਕ, ਜਿਨ੍ਹਾਂ ਨੂੰ ਬਿਠਾਇਆ ਗਿਆ, ਇਹ ਉਹਨਾਂ ਦੇ ਅੰਦਰ ਨਹੀਂ ਕਦੇ ਗੱਲ ਵਿੜਦੀ। ਹੁਣ ਦੇਖੋ SGPC ਨੇ ਕੋਵਿਡ ਦੇ ਦੌਰਾਨ ਬਹੁਤ ਕੰਮ ਕੀਤਾ, ਹਸਪੀਟਲ ਵੀ ਖੋਲ੍ਹੇ ਆ, ਆਕਸੀਜਨ ਦਾ ਕੰਮ ਵੀ ਕੀਤਾ, ਬੈੱਡ ਵੀ ਬਣਾਇਆ, ਪਰ ਕਿਸੇ ਇੱਕ ਫੰਕਸ਼ਨ ਦੇ ਵਿੱਚ ਕਿਸੇ ਦੂਸਰੀ ਸੰਸਥਾ ਦਾ ਜਾਂ ਕਿਸੇ ਦੂਸਰੀ ਪਾਰਟੀ ਦਾ ਬੰਦਾ ਨਹੀਂ ਬੁਲਾਇਆ, ਸਿਰਫ ਤੇ ਸਿਰਫ ਸੁਖਬੀਰ ਬਾਦਲ ਜਾਂਦੇ ਰਹੇ ਉੱਥੇ। ਈਵਨ ਜੇ ਤੁਸੀਂ ਦਿੱਲੀ ਦੇ ਵਿੱਚ ਜਿਹੜੇ ਖੁੱਲੇ ਉਹਦੇ ਤੇ ਤਾਂ ਤੁਸੀਂ ਸਾਬਕਾ ਜਥੇਦਾਰ ਅਕਾਲ ਤਖਤ ਦੇ ਭਾਈ ਰਣਜੀਤ ਸਿੰਘ ਹੋਰਾਂ ਦਾ ਜਿਹੜਾ ਜੀ ਉਹ ਸੁਣ ਲਓ, ਉਹਨਾਂ ਨੇ ਜਿਹੜੇ ਖੁਲਾਸੇ ਕੀਤੇ ਆ ਉਹ ਤਾਂ ਬਣਾ ਹੀ ਨਕਲੀ ਦਿੱਤਾ ਸਾਰਾ ਕੁਝ, ਨਕਲੀ ਡਾਕਟਰ ਖੜੇ ਕਰ ਲਏ ਉੱਥੇ। ਫੇਰ ਦੱਸੋ ਤੁਸੀਂ ਦੇਖੋ ਕਿ ਕਿੰਨਾ ਕੁਝ ਜਿਹੜਾ ਜੀ ਇੱਕ ਰਿਸਪੈਕਟ ਗੇਨ ਕੀਤੀ ਸੀ, ਤੁਸੀਂ ਕਿੱਧਰ ਨੂੰ ਜਿਹੜਾ ਜੀ ਇਹ ਕਹਾਣੀ ਚਲੀ ਗਈ। ਸਿਆਸਤ ਧਰਮ ਤੇ ਸਿਆਸਤ ਜਿਹੜੀ ਸੀਗੀ ਉਹ ਧਰਮ ਸਿਆਸਤ ਤੋਂ ਸੇਧ ਨਹੀਂ ਲੈਂਦਾ ਜੀ, ਸਿਆਸਤ ਧਰਮ ਤੋਂ ਸੇਧ ਲੈਂਦੀ, ਜਿਹਨੂੰ ਰਾਮ ਰਾਜ ਕਹਿੰਦੇ ਆ। ਉਹ ਜਿਵੇਂ ਹੁਣ ਨਾ ਰਾਮ ਰਾਜ ਦੀ ਤੁਸੀਂ ਗੱਲ ਕੀਤੀ, ਮੈਨੂੰ ਅੱਜ ਯਾਦ ਆ ਗਿਆ, ਜਿਵੇਂ ਮੋਦੀ ਸਾਹਿਬ ਵਾਰਾਣਸੀ ਵਿੱਚ ਜਾ ਕੇ ਉਹ ਰਾਮ ਰਾਜ ਦੀ ਗੱਲ ਕਰਦਾ ਨਹੀਂ ਤੇ ਉਹਨਾਂ ਨੇ ਕਹਿ ਦਿੱਤਾ ਕਿ UP ਸਰਕਾਰ ਨੇ ਕੋਵਿਡ ਨੂੰ ਬਹੁਤ ਵਧੀਆ ਢੰਗ ਨਾਲ ਹੈਂਡਲ ਕੀਤਾ, ਕਮਾਲ ਕਰਕੇ ਕਹਿੰਦੇ। ਲੋਕ ਰੋ ਕੇ ਉੱਥੇ ਮਰ ਗਏ, ਆਕਸੀਜਨ ਨਹੀਂ ਲੱਭੀ, ਹਸਪੀਟਲ ਨਹੀਂ ਲੱਭਿਆ, ਬੈੱਡ ਨਹੀਂ ਲੱਭੇ, ਲਾਸ਼ਾਂ ਗੰਗਾ ਕੰਢੇ ਰੁਲਦੀਆਂ ਫਿਰਦੀਆਂ ਸੀ। ਤੁਹਾਨੂੰ ਯਾਦ ਹੈ ਭਲਾ ਜਦੋਂ 14 ਦੇ ਵਿੱਚ ਜਦੋਂ ਇਹਨਾਂ ਨੇ ਉੱਥੋਂ ਭਰਿਆ ਪਹਿਲੀ ਵਾਰੀ ਤੇ ਉਹਨਾਂ ਨੂੰ ਪੁੱਛਿਆ ਸੀਗਾ ਸਵਾਲ ਵੀ ਇੱਥੇ ਕਿਵੇਂ ਆਉਣਾ ਹੋਇਆ ਤੁਹਾਡਾ, ਉਹ ਕਹਿੰਦੇ ਨਾ ਮੈਂ ਆਇਆ ਹੂੰ ਨਾ ਮੈਂ ਲਾਇਆ ਗਿਆ ਹੂੰ, ਮੁਝੇ ਗੰਗਾ ਨੇ ਬੁਲਾਇਆ ਹੈ। ਉਹ ਗੰਗਾ ਅੱਜ ਵੀ ਵੈਲੀ ਹੈ। ਇਹ ਤਾਂ ਚੰਗਾ ਟਾਈਮ ਸੀ, ਵੜੈਤ ਸਾਹਿਬ, ਰਾਜ ਕਪੂਰ ਹੁਰੀ ਚੰਗੇ ਭਲੇ ਵੇਲਿਆਂ ਦੇ ਵਿੱਚ ਰਾਮ ਤੇਰੀ ਗੰਗਾ ਮੈਲੀ ਬਣਾ ਗਏ। ਅੱਜ ਤਾਂ ਵਿਚਾਰਿਆਂ ਤੇ 295 ਇਹਦੇ ਤਹਿਤ ਪਰਚਾ ਦਰਜ ਹੋ ਜਾਣਾ ਸੀ, ਅੰਦਰ ਹੋ ਜਾਣਾ ਸੀਗਾ। ਬਿਲਕੁਲ 124 ਚ ਵੀ ਵਾਰ ਲਾ ਦੇਣਾ ਸੀ, ਹਾਂ ਫਿਰ ਲੱਗ ਜਾਣਾ ਸੀ ਉਹਨਾਂ ਤੇ। ਔਰ ਦੂਸਰੀ ਗੱਲ ਹੈ ਕਿ UP ਦੇ ਵਿੱਚ 2000 ਦੇ ਨੇੜੇ ਤੇੜੇ ਟੀਚਰ ਡਿਊਟੀ ਤੇ ਲਾਉਣ ਕਰਕੇ ਕੋਵਿਡ ਦੇ ਦੌਰਾਨ ਇਲੈਕਸ਼ਨਾਂ ਤੇ ਉਹ ਮਾਰੇ ਗਏ, ਔਰ ਉਹਨਾਂ ਵਿੱਚੋਂ ਬਹੁਤਿਆਂ ਨੂੰ ਪੰਨੂ ਸਾਹਿਬ ਕੋਵਿਡ ਦੀ ਡੈਥ ਸਰਟੀਫਿਕੇਟ ਨਹੀਂ ਦਿੱਤਾ ਜਾ ਰਿਹਾ ਕਿ ਇਹ ਡੈਥ ਉਹਦੇ ਨਾਲ ਹੋਈ ਆ, ਔਰ ਉਹ ਲੋਕੀ ਪਰੇਸ਼ਾਨ ਹੋ ਰਿਹਾ। ਇੱਕ TV ਤੇ ਕਿਸੇ ਤੇ ਆ ਰਿਹਾ ਸੀ, ਉੱਥੋਂ ਸੋਸ਼ਲ ਮੀਡੀਆ ਤੋਂ ਵੀ ਬੜਾ ਆ ਰਿਹਾ, ਉਹਦੀ ਮਾਂ ਵੀ ਮਰ ਗਈ ਹੈ, ਉਹਦਾ ਪਿਓ ਵੀ ਮਰ ਗਿਆ, ਮੁੰਡਾ ਇਕੱਲਾ ਰਹਿ ਗਿਆ, ਉਹਦੀ ਭੈਣ ਵਿਆਹੀ ਹੋਈ ਸੀ, ਉਹਦੀ ਭੈਣ ਵੀ ਮਰ ਗਈ, ਉਹਦਾ ਭਣਵਈਆ ਵੀ ਮਰ ਚੁੱਕਿਆ ਹੋਇਆ। ਤੁਸੀਂ ਦੇਖੋ ਜਦੋਂ ਇਹਨਾਂ ਸਥਿਤੀਆਂ ਦੇ ਵਿੱਚ ਰਹਿ ਕੇ ਅਸੀਂ ਜੀ ਰਹੇ ਹਾਂ, ਸਰਕਾਰਾਂ ਫੇਰ ਝੂਠ ਤੇ ਝੂਠ ਬੋਲਦੀਆਂ ਨੇ। ਗੱਲ ਆਪਾਂ ਕਰ ਰਹੇ ਸੀ ਕਿ ਇਹਨਾਂ ਦੀ ਕਿ ਜਿਵੇਂ ਦਿੱਲੀ ਦੇ ਵਿੱਚ ਖੋਲ੍ਹੇ ਗਏ ਕੋਵਿਡ ਦੇ, ਔਰ ਪੰਜਾਬ ਦੇ ਵਿੱਚ SGPC ਨੇ ਕੰਮ ਕੀਤਾ, ਇਹ ਵੀ ਇੱਕ ਆਪਣੇ ਆਪ ਦੇ ਵਿੱਚ ਮੁੱਦਾ ਬਣਦਾ। ਚੱਲਦੇ ਕਰ ਰਹੇ ਹਾਂ, ਲੇਕਿਨ ਐਂਡ 'ਚ ਅਸੀਂ ਇਹ ਗੱਲ ਇਸ ਕਰਕੇ ਕਰ ਰਹੇ ਹਾਂ ਕਿ ਬੜੀ ਮਹੱਤਵਪੂਰਨ ਹੈ ਕਿ ਕਿਸਾਨ ਅੰਦੋਲਨ ਇਸ ਵਕਤ ਜਿਸ ਸਥਿਤੀ 'ਚ ਆਇਆ, ਇੱਕ ਨਵਾਂ ਮੋੜ ਲੈ ਗਿਆ ਪਿਛਲੇ ਦਿਨਾਂ ਦੇ ਵਿੱਚ। ਜੋ ਰਾਜਪੁਰੇ ਘਟਨਾ ਹੋਈ, ਜੋ ਉੱਥੋਂ ਦੇ ਡਿਪਟੀ CM ਨਾਲ ਹੋਈ ਹੈ ਹਰਿਆਣੇ ਦੇ ਵਿੱਚ, ਉਸ ਤੋਂ ਬਾਅਦ ਉਹਨਾਂ ਕਿਸਾਨਾਂ ਦੇ ਉੱਤੇ ਦੇਸ਼ ਧਰੋਹ ਦੇ ਜਿਹੜੇ ਆ ਆਪਾਂ ਸ਼ੁਰੂਆਤ ਕੀਤੀ ਸੀ ਜਿਹੜੇ ਤੋਂ, ਉੱਥੇ ਆ ਕੇ ਕਿ ਕਿਸਾਨਾਂ ਦੇ ਨਾਲ ਇਸ ਢੰਗ ਦੇ ਨਾਲ ਪੇਸ਼ ਆ ਰਹੀ ਹੈ ਸਰਕਾਰ,
ਤੇ ਜਦੋਂ ਉਹ ਕਹਿ ਰਹੇ ਜੀ ਅਸੀਂ ਹਿੰਸਾ, ਉਹ ਕਹਿ ਰਹੇ ਨੇ ਹਿੰਸਕ ਨਹੀਂ ਹੋਣ ਦੇਣਾ, ਸਰਕਾਰ ਮਜਬੂਰ ਕਰ ਰਹੀਆਂ ਨੇ ਪਾਰਟੀਆਂ ਕਿ ਇਹ ਹਿੰਸਕ ਹੋ ਜਾਵੇ। ਤੇ ਇਹ ਤੁਹਾਨੂੰ ਨਹੀਂ ਲੱਗਦਾ ਕਿ ਕੁਝ ਸੰਸਥਾਵਾਂ ਰਲ ਕੇ ਆਉਣ ਵਾਲੇ ਦਿਨਾਂ ਵਿੱਚ ਇੱਕ ਪੱਤਾ ਖੇਡਣੀਆਂ ਚਾਹੁੰਦੀਆਂ, ਕਿਉਂਕਿ ਇਲੈਕਸ਼ਨਾਂ ਆ ਰਹੀਆਂ ਨੇ, ਕਿ ਇਹਨੂੰ ਫਿਰਕੂ ਬਣਾ ਦਿੱਤਾ ਜਾਵੇ, ਹਿੰਸਾ ਦੇ ਨਾਂ ਦੇ ਉੱਤੇ ਫਿਰ ਕਿਸਾਨਾਂ ਦੇ ਉੱਤੇ ਜ਼ਬਰਦਸਤੀ ਵੀ ਕੀਤੀ ਜਾ ਸਕੇ, ਫਿਰ ਜਿਹੜਾ ਮਰਜ਼ੀ ਐਕਟ ਲਾ ਦੇਣ ਇਹਦੇ ਉੱਤੇ? ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ। ਐਕਚੁਅਲੀ ਇਹ ਵਿਉਂਤ ਜਿਹੜੀ ਉਹੀ ਬਣਾਈ ਜਾ ਰਹੀ ਹੈ, ਵਿਧ ਉਹੀ ਬਣਾਈ ਜਾ ਰਹੀ ਹੈ, ਕਿਉਂਕਿ ਜੇ ਤੁਸੀਂ ਰਾਜਪੁਰੇ ਵਾਲੀ ਘਟਨਾ ਨੂੰ ਉਹਦੀ ਚੀਰ-ਫਾੜ ਕਰਦੇ ਹੋ, ਨੇੜਿਓਂ ਉਹਨੂੰ ਦੇਖਦੇ ਹੋ, ਤੇ ਇੱਕ ਗੱਲ ਤੁਹਾਨੂੰ ਬੜੀ ਕਲੀਅਰ ਹੋ ਜਾਂਦੀ ਹੈ ਕਿ ਜਦੋਂ ਉਹ ਘਿਰ ਜਾਂਦੇ ਤੇ ਉਹ ਰਸੋਈ ਦੇ ਵਿੱਚੋਂ ਇੱਕ ਵੀਡੀਓ ਵਾਇਰਲ ਕਰਦੇ ਆ, ਉਸ ਤੋਂ ਬਾਅਦ ਸ਼ਾਮ ਹੁੰਦਿਆਂ ਹੁੰਦਿਆਂ ਉਹ ਇਹ ਗੱਲ ਕਹਿੰਦੇ ਆ ਫਲਾਂ ਜਗ੍ਹਾ ਦੇ ਉੱਤੇ ਅਸੀਂ ਮੀਟਿੰਗ ਕਰਨ ਚੱਲੇ ਆ, ਜੇ ਜ਼ਰੂਰਤ ਹੈ ਤਾਂ ਉੱਥੇ ਆ ਜਾਓ। ਠੀਕ ਹੈ ਜੀ। ਉੱਥੇ ਜਾ ਕੇ ਫਿਰ ਉਹ ਅੰਦਰੋਂ ਨਿਕਲਦੇ ਨਹੀਂ, ਪੁਲਿਸ ਉਹਨਾਂ ਨੂੰ ਕੱਢ ਸਕਦੀ ਸੀ, ਕਈ ਵਾਰੀ ਇਹ ਬਣਿਆ ਜੀ ਵਿੱਚੋਂ ਉਹ ਨਹੀਂ ਨਿਕਲੇ। ਕਿਉਂ ਨਹੀਂ ਨਿਕਲੇ? ਕਿਉਂਕਿ ਉਹਨਾਂ ਦੀਆਂ ਜਿਹੜੀਆਂ ਲਾਈਨਾਂ ਸੀਗੀਆਂ, ਉਹਨਾਂ ਦੀਆਂ ਜਿਹੜੀਆਂ ਫੋਨ ਲਾਈਨ ਸੀਗੀਆਂ ਉਹ ਜੁੜੀਆਂ ਹੋਈਆਂ ਸੀ ਉੱਤੋਂ ਹਦਾਇਤਾਂ ਸੀਗੀਆਂ ਇਹਨੂੰ ਮੰਗਾਓ ਇਹਨੂੰ, ਇਹਦੇ ਵਿੱਚ ਜਿੰਨਾ ਤੇਲ ਪਾ ਸਕਦੇ ਹੋ ਪਾ ਲਓ, ਜਿੰਨਾ ਪਾ ਸਕਦੇ। ਇਹ ਤਾਂ ਪੰਜਾਬ ਦੀ ਖੁਸ਼ਕਿਸਮਤੀ ਹੈ ਕਿ ਪੰਜਾਬ ਕਦੀ ਫਿਰਕਿਆਂ ਦੇ ਨਾਂ ਦੇ ਉੱਤੇ ਵੰਡਿਆ ਨਹੀਂ ਗਿਆ। ਠੀਕ ਹੈ ਨਾ, ਭਾਵੇਂ ਕਿ ਕੋਸ਼ਿਸ਼ ਪਹਿਲਾਂ ਵੀ ਬਹੁਤ ਹੋਈ ਹੈ, 84 ਵੇਲੇ ਵੀ ਬੜੀ ਕੋਸ਼ਿਸ਼ ਹੋਈ ਹੈ। ਮੰਦਰਾਂ ਦੇ ਵਿੱਚ ਗਾਂ ਦੀਆਂ ਪੂਛਾਂ ਸੁੱਟੀਆਂ ਜਾਂਦੀਆਂ, ਗੁਰਦੁਆਰਿਆਂ 'ਚ ਸਿਗਰਟਾਂ ਸੁੱਟੀਆਂ ਗਈਆਂ, ਬਹੁਤ ਦੁਰਗਿਆਣਾ ਮੰਦਿਰ ਦੇ ਸਾਹਮਣੇ ਤੇ ਸਿਰ ਟੰਗ ਦਿੱਤੇ ਗਏ ਸੀ। ਹਾਂ, ਉਦੋਂ ਅੰਮ੍ਰਿਤਸਰ ਦੇ ਵਿੱਚ ਇੱਕ ਜਿਹੜਾ ਇੱਥੇ ਵਾਈਟ ਪੇਪਰ ਗੁਰਦਰਸ਼ਨ ਸਿੰਘ ਢਿੱਲੋਂ ਹੋਰਾਂ ਦਾ ਲਿਖਿਆ ਹੋਇਆ ਜਿਹੜਾ ਜੀ ਹੈਗਾ, ਉਹਦੇ ਵਿੱਚ ਇਹਨਾਂ ਚੀਜ਼ਾਂ ਦਾ ਜ਼ਿਕਰ ਹੈ ਕਿ ਜਿਹੜੇ ਨਾਅਰੇ ਲਾਏ ਗਏ ਸੀ, ਕੱਚ ਕੜਾ ਕੰਘਾ ਕਿਰਪਾਨ ਇਨਕੋ ਭੇਜੋ ਪਾਕਿਸਤਾਨ, ਦੁੱਕੀ ਤਿੱਕੀ ਖਹਿਣ ਨਹੀਂ ਦੇਣੀ, ਸਿਰ ਤੇ ਪਗੜੀ ਰਹਿਣ ਨਹੀਂ ਦੇਣੀ, ਇਦਾਂ ਦੇ ਬੇਹੂਦਾ ਟਾਈਪ ਦੇ ਜਿਹੜੇ ਨਾਅਰੇ ਸੀ ਉਹ ਲਾ ਕੇ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਪੰਜਾਬ 'ਚ ਰਹਿਣ ਵਾਲੇ ਸਿੱਖ, ਹਿੰਦੂ, ਮੁਸਲਿਮ ਸਾਰੇ ਉਹ ਇਸ ਗੱਲੋਂ ਬਹੁਤ ਅੱਜ ਤੱਕ ਵੀ ਵਧਾਈ ਦੇ ਪਾਤਰ ਹੈ ਕਿ ਉਹ ਅਜੇ ਤੱਕ ਫਿਰਕਿਆਂ ਦੇ ਰੂਪ ਦੇ ਵਿੱਚ ਲੜੇ ਨਹੀਂ। ਸੋ ਇਸੇ ਨਾਲ ਅਸੀਂ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਕਰਦੇ ਹਾਂ। ਜਿਵੇਂ ਪੰਨੂ ਸਾਹਿਬ ਨੇ ਬਹੁਤ ਗੱਲ ਕੀਤੀ ਹੈ ਕਿ ਪੰਜਾਬ ਨੇ ਹਮੇਸ਼ਾ ਸ਼ਾਂਤੀ ਦਾ, ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ ਔਰ ਇਸ ਨੂੰ ਬਣਾ ਕੇ ਰੱਖਣ ਵਿੱਚ ਪੰਜਾਬੀਆਂ ਦਾ ਬੜਾ ਵੱਡਾ ਰੋਲ ਰਿਹਾ। ਔਰ ਇਸ ਵਕਤ ਕਿਸਾਨ ਅੰਦੋਲਨ ਨੇ ਵੀ ਇੱਕ ਨਵਾਂ ਸੰਦੇਸ਼ ਤੇ ਮਾਡਲ ਦਿੱਤਾ ਹੈ ਕਿ ਆਪਣੇ ਹੱਕਾਂ ਲਈ ਤੁਸੀਂ ਕਿਵੇਂ ਸ਼ਾਂਤੀਪੂਰਵਕ ਰਹਿ ਕੇ ਜਿਹੜਾ ਉਹ ਲੜ ਸਕਦੇ ਹੋ। ਸਰਕਾਰ ਇਸ ਵਕਤ ਉਸ ਸਥਿਤੀ ਦੇ ਵਿੱਚ ਹੈ ਕਿ ਸੱਪ ਦੇ ਮੂੰਹ ਵਿੱਚ ਕੋੜ ਕਿਰਲੀ, ਛੱਡੇ ਤੇ ਕਲੰਕੀ, ਖਾਵੇ ਤੇ ਕੋੜੀ। ਸੋ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਦੀ ਇਜਾਜ਼ਤ ਦਿਓ। ਪੰਨੂ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।